देश दुनिया च वसते पंजाबियों ਨੂੰ खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने पंजाब टैलीविजन के संपादक सरदार हमीर सिंह जी। जी आया हमीर सिंह जी। बहुत शुक्रिया जी। पंजाब पंजाबी ते पंजाबीयत दे मदई मरहूम जसवंत सिंह कंवल कूकदे चले गए कि पंजाबीओ जीना कि मरना। तुहानूं मिहना है, तुसीं बाहर नूं नट्ठे जाने हो। पंजाब बिहारियां ने मल लेना, बाहरों आया ने मल लेना। ਅਸੀਂ ਕੋਈ ਨੈਰੋ ਮਾਈਂਡਡਨੈਸ ਨਹੀਂ ਦਿਖਾਉਂਦੇ, ਕੋਈ ਸੰਕੀਰਨਤਾ ਨਹੀਂ ਕਿ ਬਾਹਰੋਂ ਆਉਣ ਵਾਲੇ ਕਿਉਂ ਆ ਰਹੇ ਨੇ, ਪਰ ਜਿਸ ਸ਼ਿੱਦਤ ਨਾਲ ਪ੍ਰਵਾਸ ਹੋ ਰਿਹਾ, ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਵਿਦਿਆਰਥੀ ਰੂਪ ਚ ਬਾਹਰ ਜਾ ਰਹੇ ਆ, ਔਰ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਮਾਪੇ ਜਾ ਰਹੇ ਆ ਤੇ ਜਿਸ ਤਰੀਕੇ ਨਾਲ ਸਰਮਾਇਆ ਜਾ ਰਿਹਾ, ਸੋ ਇਹ ਪੰਜਾਬੀਆਂ ਦੀ ਹੋਂਦ ਦਾ ਸਵਾਲ ਹੈ, ਆਪਣੇ ਘਰ ਦਾ ਸਵਾਲ ਹੈ। ਤੁਸੀਂ ਵੱਖਰਾ ਘਰ ਮੰਗਦੇ ਮੰਗਦੇ ਪਹਿਲੇ ਘਰੋਂ ਵੀ ਮਹਿਰੂਮ ਹੋ ਜਾਣਾ। ਇੰਜ ਲੱਗਦਾ ਅੱਜ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਉਠਾਉਣ ਦਾ ਯਤਨ ਕਰਦੇ ਆ ਕਿ ਇੱਕ ਪ੍ਰਾਈਵੇਟ ਬਿੱਲ ਦੇ ਰੂਪ ਦੇ ਵਿੱਚ ਕੁਝ ਸ਼ਰਤਾਂ ਲਾਤੀਆਂ ਜਾਣ, ਜਿਵੇਂ ਹਿਮਾਚਲ ਨੇ ਲਾਈਆਂ ਨੇ, ਰਾਜਸਥਾਨ ਨੇ ਲਾਈਆਂ ਨੇ, ਕਿ ਤੁਸੀਂ ਆਓ ਜਮ ਜ਼ਮੀਨਾਂ ਖਰੀਦੋ, ਇੱਥੇ ਵਸੋ, ਪਰ ਕੁਝ ਸ਼ਰਤਾਂ ਤੇ ਹੋਣ, ਘੱਟੋ ਘੱਟ ਕੁਝ ਇੱਕ ਬੰਦਸ਼ਾਂ ਦੇ ਨਾਲ, ਕੁਝ ਟੈਕਸ ਦੇ ਨਾਲ ਤੁਸੀਂ ਆਓ, ਕੁਝ ਰਾਈਡਰ ਲਾ ਦਿਓ। ਮੈਨੂੰ ਲੱਗਦਾ ਇਸ ਮਾਮਲੇ ਨੇ ਉੱਠਣਾ ਬਣਦਾ ਹੈ, ਇਹ ਨਹੀਂ ਉੱਠਿਆ। ਬੜੇ ਜਜ਼ਬਾਤੀ ਸੀ ਸੁਖਪਾਲ ਸਿੰਘ ਖਹਿਰਾ, ਕਿਸੇ ਨਾਲ ਉਹਨਾਂ ਦੇ ਕੋਈ ਵਿਵਾਦ ਹੋ ਸਕਦੇ ਆ, ਨਿੱਜੀ ਵੀ ਹੋ ਸਕਦੇ ਆ, ਵਖਰੇਵੇਂ ਹੋ ਸਕਦੇ ਆ, ਲੜਾਈ ਹੋ ਸਕਦੀ ਆ, ਪਰ ਇਸ ਮੁੱਦੇ ਨੂੰ ਐਡਰੈਸ ਨਾ ਕੀਤਾ ਜਾਣਾ ਮੈਨੂੰ ਲੱਗਦਾ ਪੰਜਾਬ ਹਤੈਸ਼ੀ ਸਾਰੀਆਂ ਧਿਰਾਂ ਦੇ ਸਾਹਮਣੇ ਇੱਕ ਮਿਹਣੇ ਵਜੋਂ ਦੇਖਿਆ ਜਾਣਾ ਚਾਹੀਦਾ। ਇਹਦੇ ਨਾਲ ਜਿਹੜਾ ਅੱਜ ਦਿਨ ਭਰ ਦੇ ਵਿੱਚ ਉੱਥੇ ਬਿਜ਼ਨਸ ਹੁੰਦਾ ਹੈ, ਦਿਨ ਭਰ ਦੇ ਵਿੱਚ ਬਹਿਸ ਹੁੰਦੀ ਆ, ਗਵਰਨਰ ਦੇ ਐਡਰੈਸ ਦੇ ਉੱਤੇ ਬਹਿਸ ਦੇ ਵਿੱਚ ਜਿਸ ਤਰੀਕੇ ਨਾਲ ਅਕਾਲੀ ਦਲ ਔਰ ਬਸਪਾ ਦੇ MLA ਧੰਨਵਾਦ ਦੇ ਮਤੇ ਦੇ ਵਿੱਚ ਕੁਝ ਤਰਮੀਮਾਂ ਲਿਆਉਂਦੇ ਤੇ ਉਹਨਾਂ ਨੂੰ ਰੱਦ ਕਰਤਾ ਜਾਂਦਾ। ਉਹ ਤਰਮੀਮਾਂ ਵੀ ਬੜੀਆਂ ਅਹਿਮ ਸੀ। ਗਵਰਨਰ ਨੂੰ ਮਿਲਣ ਜਾਂਦੇ ਨੇ ਪ੍ਰਤਾਪ ਸਿੰਘ ਬਾਜਵਾ, ਜਦੋਂ ਸਭ ਤੋਂ ਵੱਡਾ ਮੰਚ ਸੱਜਿਆ ਸੀ ਤੇ ਇਹਨਾਂ ਨੂੰ ਵਿਧਾਨਕਾਰ ਪਾਰਟੀ ਨੂੰ ਗਵਰਨਰ ਕੋਲ ਮੈਮੋਰੰਡਮ ਲੈ ਕੇ ਜਾਣ ਦੀ ਕੀ ਲੋੜ ਪੈ ਗਈ, ਔਰ ਉਹਦੇ ਵਿੱਚ ਮੁੱਦੇ ਕੀ ਨੇ, ਇਹ ਵੀ ਬੜਾ ਅਹਿਮ ਤੁਹਾਡੇ ਨਾਲ ਸਾਂਝਾ ਕਰਦੇ ਆ। ਸੁਖਬੀਰ ਸਿੰਘ ਬਾਦਲ ਉਹ ਵੀ ਗਵਰਨਰ ਨੂੰ ਮਿਲ ਕੇ ਆਉਂਦੇ ਆ, ਬੜੇ ਅਹਿਮ ਮੁੱਦੇ ਲੈ ਕੇ ਜਾਂਦੇ ਆ। ਸਭ ਤੋਂ ਵੱਡੇ ਮੰਚ ਤੇ ਚੱਲਦੇ ਆ, ਜੇਕਰ ਅਸੀਂ ਬਾਹਰ ਜਾਵਾਂਗੇ, ਕੀ ਸਰਕਾਰ 'ਚ ਬੇਭਰੋਸਗੀ ਵੱਧ ਰਹੀ ਆ, ਕੀ ਸਰਕਾਰ ਸਾਬਤ ਨਹੀਂ ਕਰ ਪਾ ਰਹੀ ਆਪਣੇ ਆਪ ਨੂੰ, ਵਿਰੋਧੀ ਧਿਰਾਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੀ, ਔਰ ਕਿਹੜੇ ਕਿਹੜੇ ਮੁੱਦੇ ਅੱਜ ਅਹਿਮ ਤਰੀਕੇ ਨਾਲ ਪੇਸ਼ ਹੋਏ, ਇਹਨਾਂ ਸਾਰਿਆਂ ਦੇ ਉੱਤੇ ਚੱਲਦੇ ਆ। ਸਰਦਾਰ ਹਮੀਰ ਸਿੰਘ ਜੀ, ਸਭ ਤੋਂ ਅਹਿਮ ਮੁੱਦਾ ਅਸੀਂ ਥੋੜਾ ਪਿੱਛੇ ਲੈ ਜਾਂਦੇ ਆ, ਜਿਹੜਾ ਪ੍ਰਾਈਵੇਟ ਬਿੱਲ ਸੁਖਪਾਲ ਸਿੰਘ ਖਹਿਰਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਨਾਲ ਚੁਣੌਤੀ ਵੀ ਦੇ ਰਿਹਾ ਕਿ ਹੁਣ ਦੇਖੋ ਪੰਜਾਬ ਹਤੈਸ਼ੀ ਕੌਣ ਹੈ। ਲੇਕਿਨ ਉਸ ਤੋਂ ਪਹਿਲਾਂ ਦਿਨ ਭਰ 'ਚ ਜਿਹੜੀਆਂ ਅਹਿਮ ਘਟਨਾਵਾਂ ਤੇ ਕਾਰਵਾਈਆਂ ਹੋਈਆਂ, ਇੱਕ ਵਾਰੀ ਉਹਨਾਂ ਨਾਲ ਸਾਂਝ ਪਵਾ ਦਿਓ। ਅਸਲ ਦੇ ਵਿੱਚ ਵਿਧਾਨ ਸਭਾ ਜੁੜੀ ਹੈ ਤੇ ਉਹਦਾ ਪਰਛਾਵਾਂ ਜਿਹੜਾ ਪਹਿਲੇ ਦਿਨ ਦਾ ਉਹ ਅੱਜ ਵੀ ਦੇਖਣ ਨੂੰ ਮਿਲਿਆ, ਕਿਉਂਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ, ਉਹਦੀ ਲੈਜਿਸਲੇਟਿਵ ਪਾਰਟੀ ਨੇ, ਕਿ ਅਸੀਂ ਸਦਨ 'ਚ ਜਾਵਾਂਗੇ ਜਦੋਂ ਹੀ ਚੀਫ ਮਿਨਿਸਟਰ ਭਗਵੰਤ ਮਾਨ ਆਉਣਗੇ ਅਸੀਂ ਵਾਕਆਊਟ ਕਰ ਜਾਾਂਗੇ, ਕਿਉਂਕਿ ਕੱਲ ਜੋ ਉਹਨਾਂ ਨੇ ਸਾਰਿਆਂ ਵੱਲ ਉਂਗਲ ਕਰਕੇ ਕਹੀ ਸੀ ਵੀ ਸਾਰੇ ਚੋਰਾਂ ਦਾ ਵਾਰੀ ਆਊਗੀ, ਸਾਰੇ ਤੁਸੀਂ ਹੋ, ਤੇ ਇਹਦੇ ਨਾਲ ਥ੍ਰੈਟ ਵੀ ਕੀਤਾ ਤੇ ਸਾਡੀ ਸ਼ਾਨ ਦੇ ਖਿਲਾਫ ਬੋਲੇ, ਜਿੰਨਾ ਚਿਰ ਮਾਫੀ ਨਹੀਂ ਮੰਗਦੇ ਅਸੀਂ ਨਹੀਂ ਅੰਦਰ ਜਾਵਾਂਗੇ। ਔਰ ਉਹ ਮਾਫੀ ਦਾ ਸਵਾਲ ਨਹੀਂ ਸੀ। ਜਦੋਂ ਵੀ ਭਗਵੰਤ ਮਾਨ ਆਏ ਤੇ ਉੱਠ ਕੇ ਚਲੇ ਗਏ। ਖਹਿਰਾ ਥੋੜੀ ਜਿਹੀ ਦੇਰ ਰੁਕੇ ਕਿਉਂਕਿ ਜ਼ਮੀਨ ਦਾ ਕੀ ਮਾਮਲਾ ਵੀ ਚੱਲ ਰਿਹਾ ਸੀ, ਥੋੜਾ ਜਿਹਾ ਆਪਸ ਚ ਝਗੜਾ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਤੇ ਖਹਿਰੇ ਦੇ ਦਰਮਿਆਨ ਇੱਕ ਚੱਲ ਰਹੀ ਸੀ ਮਾਮਲਾ। ਖਹਿਰੇ ਨੇ ਮੁੱਦਾ ਉਠਾਇਆ ਸੀਗਾ ਉਹ ਇੱਕ, ਕਿ ਤੁਸੀਂ ਕਹਿ ਰਹੇ ਹੋ ਅਸੀਂ ਪੰਚਾਇਤੀ ਜ਼ਮੀਨਾਂ ਛਡਾ ਰਹੇ ਹਾਂ, ਔਰ ਜਿਹੜੇ ਅਸ਼ੋਕ ਮਿੱਤਲ ਨੇ ਲਵਲੀ ਯੂਨੀਵਰਸਿਟੀ ਵਾਲੇ ਤੁਸੀਂ ਰਾਜ ਸਭਾ ਚ ਭੇਜੇ ਨੇ, ਬਾਬਾ ਸੀਚੇਵਾਲ ਨੇ ਤੁਸੀਂ ਰਾਜ ਸਭਾ ਚ ਭੇਜੇ ਨੇ, ਦੋਨਾਂ ਕੋਲ ਕਰੋੜਾਂ ਦੀ ਪੰਚਾਇਤੀ ਜ਼ਮੀਨਾਂ ਦੱਬੀਆਂ ਨੇ ਤੇ ਉਹ ਛਡਵਾਓ ਤੇ ਜਾਂ ਉਹਨਾਂ ਦੀ ਜਾਂਚ ਕਰਾਓ, ਜੋ ਵੀ ਕਰੋ ਜੋ ਕਰਨਾ ਸੀ। ਤੇ ਕੁਲਦੀਪ ਢਾਲੀਵਾਲ ਨੇ ਲਿਆ ਕੇ ਖਹਿਰੇ ਦੇ ਪਿੰਡ ਦਾ ਇੱਕ ਮਾਮਲਾ ਦੇਤਾ, ਮਤਲਬ ਵੀ ਉਹ ਕਹਿੰਦੇ ਵੀ ਤੁਹਾਡੇ ਸ਼ਰੀਕਾਂ ਕੋਲ 10 ਏਕੜ ਤੋਂ ਵੱਧ ਸ਼ਾਮਲਾੜ ਜ਼ਮੀਨ ਮਤਲਬ ਦੱਬੀ ਹੋਈ ਹੈ, ਇਸ ਲਈ ਉਹਦਾ ਦੱਸੋ ਤੁਸੀਂ ਕੀ ਕਰੋਗੇ, ਫਾਈਲ ਲੈ ਜਾਓ ਮੇਰੇ ਕੋਲ, ਤੁਸੀਂ ਸਾਡੀ ਛਡਾ ਦਿਓ ਕਿਰਪਾ ਕਰਕੇ। ਔਰ ਖਹਿਰੇ ਨੇ ਇਹ ਕਹਿਤਾ ਕਿ ਮੈਂ ਇਹ ਗਰੰਟੀ ਕਰਦਾ ਕਿ ਤਿੰਨੋਂ ਕੇਸ ਕਲੱਬ ਕਰ ਦਿਓ, ਮੇਰੇ ਸ਼ਰੀਕਾਂ ਵਾਲਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਦੋਨੋਂ ਸੀਚੇਵਾਲ ਤੇ ਦੂਜੇ, ਇਹਦੀ ਵਿਧਾਨ ਸਭਾ ਦੀ ਕਮੇਟੀ ਬਣਾ ਦਿਓ। ਵਿਧਾਨ ਸਭਾ ਦੀ ਕਮੇਟੀ ਦੇ ਵਿੱਚ ਜੇ ਮੇਰੇ ਖਿਲਾਫ, ਜੇ ਮੇਰੇ ਪਰਿਵਾਰਕ ਮੈਂਬਰਾਂ ਦਾ ਕੋਈ 1 ਇੰਚ ਵੀ ਨਿਕਲਿਆ, ਮੈਂ ਵਿਧਾਨ ਸਭਾ ਆਉਣਾ ਬੰਦ ਕਰ ਦੂੰਗਾ, ਮੈਂ ਸਿਆਸਤ ਛੱਡ ਦੂੰਗਾ। ਇਹ ਕਸਮਕਸ ਚੱਲੀ, ਮਤਲਬ ਸਭ ਤੋਂ ਮੇਨ ਗੱਲ ਉਸ ਸਾਰੇ ਮਾਮਲੇ ਦੇ ਵਿੱਚ। ਔਰ ਇੱਕ ਟਵੀਟ ਤੇ ਵੀ ਥੋੜੀ ਜਿਹੀ ਹੋਈ ਕਿ ਚਲੋ ਜੀ ਫਿਰ ਉਹ ਹੋ ਗਿਆ FIR ਕਰਾਓ ਜਾਂ ਕਿਸੇ ਤੋਂ ਮਤਲਬ ਪੁਲਿਸ ਨੂੰ ਦੇ ਦਿਓ ਕਿ ਕੀ ਠੀਕ ਹੈ ਕੀ ਗਲਤ ਹੈ, ਬੈਂਸ ਨਾਲ ਜਿਹੜਾ ਮਾਮਲਾ ਹੋਇਆ। ਪਰ ਇਹਦੇ ਨਾਲ ਸਭ ਤੋਂ ਬੜੀ ਗੱਲ ਇਹ ਸੀ ਕਿ ਉਹਦੇ ਵਿੱਚ ਇੱਕ ਤਾਂ
ਚੀਫ ਮਿਨਿਸਟਰ ਨੇ ਅੱਜ ਗਵਰਨਰ ਦੇ ਧੰਨਵਾਦ ਦੇ ਮਤੇ ਤੇ ਜਿੰਨੀ ਬਹਿਸ ਹੋਈ ਹੈ ਉਹਦਾ ਜਵਾਬ ਦੇਣਾ ਸੀ। ਕਾਫੀ ਲੰਮਾ ਉਹਨਾਂ ਨੇ ਜਵਾਬ ਦਿੱਤਾ, ਵੀ ਆਪਣੇ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ ਕਿ ਸਾਡੀ ਸਰਕਾਰ ਵੱਖਰੀ ਕਿਵੇਂ ਹੈ। ਅਸੀਂ ਅੱਜ ਐਜੂਕੇਸ਼ਨ ਤੇ ਹੈਲਥ ਤੇ ਗੱਲ ਹੋਣ ਲਾਤੀ, ਜਿਹੜੀਆਂ ਗੱਲਾਂ ਕੇਵਲ ਹੋਰਾਂ ਪਾਸੇ ਲੱਗ ਰਹੀਆਂ ਸੀ। ਅਸੀਂ ਕਿਉਂਕਿ ਬਿਲਕੁਲ ਅਲੱਗ ਆ, ਸਾਡੀ ਦਿੱਲੀ 'ਚ 3 ਵਾਰ ਸਰਕਾਰ ਰਹੀ, ਲੋਕਾਂ ਨੇ ਬਾਰ-ਬਾਰ ਸਾਨੂੰ ਚੁਣਿਆ। ਉਹ ਸਾਰੀਆਂ ਗੱਲਾਂ ਮਤਲਬ ਜਿਹੜੀਆਂ ਉਹਨਾਂ ਨੇ ਕੀਤੀਆਂ ਪੋਲੀਟੀਕਲ ਉਸ ਦੇ ਵਿੱਚ। ਔਰ ਨਾਲ ਧੰਨਵਾਦ ਮਤੇ ਦਾ ਜਦੋਂ ਪਾਸ ਕਰਨ ਦੀ ਗੱਲ ਆਉਂਦੀ ਹੈ ਕਿ ਇਹਨੂੰ ਪਾਸ ਕੀਤਾ ਜਾਏ, ਕਾਂਗਰਸੀਆਂ ਤੇ ਤਾਂ ਉਹਨਾਂ ਨੇ ਇਲਜ਼ਾਮ ਇਹੀ ਲਾਇਆ, ਖਹਿਰੇ ਤੇ ਵੀ ਚੁਟਕੀ ਲਈ ਉਹਨਾਂ ਨੇ ਕਾਫੀ। ਉਹਨਾਂ ਨੇ ਕੀਤਾ ਵੀ ਕੀ ਗੱਲ ਹੁਣ ਇਹ ਤਾਂ ਸਮਾਨ ਸਮੇਟਣ ਲੱਗ ਗਏ, ਦੂਜੇ ਤੇਰੇ ਬੰਦੇ ਕਿੱਧਰ ਗਏ, ਪਾਰਟੀ ਕਿੱਧਰ ਗਈ, ਕੀ ਹੋਰ ਪਾਰਟੀ ਦੇ ਵਿੱਚ ਆ ਗਏ ਹੋ ਅੱਜ ਕੱਲ। ਮਤਲਬ ਥੋੜਾ ਚੁਟਕੀ ਜਾਂਦੇ ਜਾਂਦੇ ਚੀਫ ਮਿਨਿਸਟਰ ਨੇ ਲਈ। ਪਰ ਨਾਲ ਦੀ ਨਾਲ ਇਹ ਜਿਹੜਾ ਸਾਰੇ ਨੇ ਕਾਫੀ ਕਵਿਤਾਵਾਂ ਚੋਂ ਫਿਰੋਜ਼ਦੀਨ ਸਰਫ ਤੋਂ ਲੈ ਕੇ ਕਈ ਕੋਟ ਵੀ ਕੀਤੇ, ਕੁਝ ਚੀਜ਼ਾਂ ਉਹਨਾਂ ਨੇ ਪੜ੍ਹੀਆਂ ਵੀ, ਜਿਹੜਾ ਉਹਨਾਂ ਦਾ ਮੁਹਾਰਤ ਹੈ ਮਤਲਬ ਜਿਹੜੇ ਫੀਲਡ ਦੀ ਅਲੱਗ-ਅਲੱਗ। ਪਰ ਪੋਲੀਟੀਕਲ ਤੌਰ ਤੇ ਜਿਹੜਾ ਇੱਕ ਗੱਲ ਹੁੰਦੀ ਹੈ, ਜਿਹੜੀ ਡਿਬੇਟ ਹੁੰਦੀ ਹੈ ਜਾਂ ਜਿੰਨੇ ਸਵਾਲ ਉੱਠੇ, ਉਹ ਉਹਨਾਂ ਤੇ ਕੋਈ ਬਹੁਤ ਜ਼ਿਆਦਾ ਕਈ ਸਵਾਲਾਂ ਤੇ ਤਸੱਲੀ ਬਖਸ਼ ਜਵਾਬ ਮੈਨੂੰ ਨਹੀਂ ਲੱਗਦਾ ਕਿ ਦਿੱਤਾ ਗਿਆ ਪੋਲੀਟੀਕਲ ਮੈਚੋਰਿਟੀ ਨਾਲ ਉਸ ਲੈਵਲ ਤੇ। ਔਰ ਨਾਲ ਦੀ ਨਾਲ ਅੰਤ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ, ਗਲਤੀ ਉਹਦੇ ਤੋਂ ਹੀ ਹੋਏਗੀ ਜਿਹੜਾ ਕੁਝ ਕਰਦਾ। ਮੈਨੂੰ ਇਹ ਲੱਗਦਾ ਸੀ ਵੀ ਜਿਹੜਾ ਕੱਲ ਦਾ ਕਾਂਗਰਸ ਦਾ ਸਟੈਂਡ ਹੈ ਜਾਂ ਬੋਲਣ ਤੇ ਉਹ ਤਲਖ ਹੋ ਗਏ ਸੀ, ਨਹੀਂ ਜ਼ਿਆਦਾ ਉਤੇਜਿਤ, ਉਹਨਾਂ ਨੂੰ ਕਿਤੇ ਅਹਿਸਾਸ ਤਾਂ ਹੈ ਪਰ ਡਾਇਰੈਕਟ ਇਹ ਮੰਨਣਾ ਨਹੀਂ ਸੀ ਚਾਹੁੰਦੇ। ਆਪਦੇ ਭਾਸ਼ਣ ਤੋਂ ਬਾਅਦ ਇਹ ਕਹਿ ਗਏ ਵੀ ਗਲਤੀਆਂ ਹੁੰਦੀਆਂ ਨੇ, ਸੁਧਾਰਾਂਗੇ, ਔਰ ਗਲਤੀਆਂ ਉਹਦੇ ਤੋਂ ਹੀ ਹੋਣਗੀਆਂ ਜਿਹੜਾ ਕੋਈ ਕਰਦਾ ਹੁੰਦਾ ਹੈ। ਤਾਂ ਇੱਕ ਲੈਵਲ ਦਾ ਇੰਨਾ ਕਿ ਮੈਨੂੰ ਸਗੋਂ ਇਹ ਲੱਗਦਾ ਸੀ ਹੁਣ ਵੀ ਜੇ ਕਾਂਗਰਸੀ ਵੀ ਆ ਜਾਣ ਕੱਲ ਨੂੰ ਪਰਸੋਂ ਜਦੋਂ ਵੀ ਹੋਏਗਾ, ਇੰਨੇ ਕੁ ਨੂੰ ਵੀ ਮੰਨ ਕੇ ਆ ਜਾਣ ਤਾਂ ਚੰਗੇ ਤਰੀਕੇ ਨਾਲ ਬਹਿਸ ਹੋਵੇ, ਇਹਦੀ ਬਜਾਏ ਕਿ ਮੁੱਦਿਆਂ ਤੇ ਬਹਿਸ ਹੋਵੇ। ਮੁੱਦੇ ਕਿਹੜੇ ਸੀਗੇ ਜਿਹਦੇ ਤੇ ਬਹਿਸ ਦਾ ਸਵਾਲ ਹੈ? ਮੁੱਦੇ ਉਸੇ ਧੰਨਵਾਦ ਮਤੇ ਦੇ ਉੱਤੇ 4 ਤਰਮੀਮਾਂ ਪੇਸ਼ ਕੀਤੀਆਂ 3 ਐਮਐਲਏ ਨੇ। ਜਿਹੜਾ ਇਆਲੀ ਮਨਪ੍ਰੀਤ ਸਿੰਘ ਇਆਲੀ ਸੀ, ਡਾਕਟਰ ਸੁਖਵਿੰਦਰ ਕੁਮਾਰ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਐਮਐਲਏ ਨੇ, ਡਾਕਟਰ ਨਛੱਤਰਪਾਲ ਜਿਹੜੇ ਨੇ ਉਹ ਬੀਐਸਪੀ ਦੇ ਐਮਐਲਏ ਨੇ। ਪਹਿਲੀ ਉਹਨਾਂ ਨੇ ਇਹ ਕੀਤੀ ਕਿ ਉਹ ਇਹ ਸ਼ਬਦ ਬਾਅਦ ਚ ਧੰਨਵਾਦ ਮਤੇ ਤੇ ਜੋੜ ਦਿਓ ਕਿ ਇਸ ਹਾਊਸ ਚ ਗਵਰਨਰ ਸਾਹਿਬ ਦੇ ਐਡਰੈਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਵੱਲ ਤਵੱਜੋ ਨਹੀਂ ਦਿੱਤੀ ਜਾ ਸਕੀ, ਉਹਦੇ ਤੇ ਅਸੀਂ ਖੇਦ ਪ੍ਰਗਟ ਕਰਦੇ ਹਾਂ। ਦੂਜਾ ਜਿਹੜਾ ਤਰਮੀਮ ਉਹਨਾਂ ਨੇ ਦਿੱਤੀ ਵੀ ਇਹਦੇ ਚ ਕੀ ਤੁਸੀਂ ਲੈ ਕੇ ਆਓਗੇ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬਾਕੀ ਦੇ ਮਾਮਲੇ ਦੇ ਕਾਨੂੰਨ ਦੀ ਵਿਵਸਥਾ ਦਾ ਮਾਮਲਾ ਹੈ, ਸਾਡੇ ਅਮਨ ਕਾਨੂੰਨ ਦੀ ਹਾਲਤ ਹੈ, ਚਾਹੇ ਉਹ ਉਸ ਅਜਨਾਲਾ ਕਾਂਡ ਤੋਂ ਲੈ ਕੇ ਜਾਂ ਬਾਕੀ ਦੇ ਜਿੰਨੇ ਮਾਮਲੇ ਜੇਲ੍ਹਾਂ 'ਚ ਜਾਂ ਜੋ ਵੀ ਹੋ ਰਿਹਾ, ਅਸੀਂ ਉਸ ਵਿਵਸਥਾ ਦਾ ਸਹੀ ਆਕਲਨ ਗਵਰਨਰ ਸਾਹਿਬ ਦੇ ਭਾਸ਼ਣ 'ਚ ਨਹੀਂ ਕਰ ਸਕੇ, ਇਸ ਕਰਕੇ ਸਾਨੂੰ ਖੇਦ ਹੈ। ਮਤਲਬ ਪ੍ਰੈਕਟੀਕਲੀ ਉਹ ਇਹਨਾਂ ਨੇ ਉਸ ਲੈਵਲ ਦੇ ਉੱਤੇ ਗੱਲ ਕੀਤੀ। ਤੀਜਾ ਮੁੱਦਾ ਉਹਨਾਂ ਨੇ ਜਿਹੜੀ ਸੋਧ ਦੇ ਰੂਪ ਦੇ ਵਿੱਚ ਪੇਸ਼ ਕੀਤਾ ਉਹ ਇਹ ਕਿ ਪੰਜਾਬ ਦੀ ਸਰਕਾਰ ਦੇ ਐਡਵੋਕੇਟ ਜਨਰਲ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਦੇ ਨਾਮਜ਼ਦਗੀ ਦੇ ਬਾਵਜੂਦ ਗਵਰਨਮੈਂਟ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਦਲਿਤ ਪਰਿਵਾਰਾਂ ਦੇ ਜਿਹੜੇ ਨਾਲ ਸੰਬੰਧਿਤ ਐਡਵੋਕੇਟ ਨੇ ਉਹਨਾਂ ਨੂੰ ਵੀ ਲਿਆਵਾਂਗੇ। ਉਹਦੇ ਚ ਅਸਫਲ ਸਾਬਤ ਹੋਏ ਆ, ਸਾਡਾ ਉਹਦੇ ਨਾਲ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ, ਇਸ ਤੇ ਵੀ ਸਾਨੂੰ ਖੇਦ ਹੈ। ਤੇ ਚੌਥਾ ਜਿਹੜਾ ਉਹਨਾਂ ਨੇ ਮੁੱਦਾ ਲਿਆਂਦਾ ਉਹ ਕਿਹਾ ਕਿ ਤੁਸੀਂ ਗੁਜਰਾਤ ਦੀਆਂ ਜਾਂ ਵੱਖ-ਵੱਖ ਇਲੈਕਸ਼ਨਾਂ ਦੇ ਵਿੱਚ ਤੇ ਆਪਣੀ ਕੈਬਨਿਟ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ, ਕੈਬਨਿਟ ਨੇ ਪਾਸ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ, ਤੇ ਉਹ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਅਸੀਂ ਲਾਗੂ ਨਹੀਂ ਕਰ ਸਕੇ, ਇਸ ਕਰਕੇ ਵੀ ਸਾਨੂੰ ਖੇਦ ਹੈ ਕਿ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਰਾਜਪਾਲ ਦੇ ਭਾਸ਼ਣ ਦੇ ਵਿੱਚ। ਇਹ 4 ਮਤੇ ਸੀ, ਬਲਕਿ 4 ਮੁੱਦੇ ਸੀ ਵੱਖ-ਵੱਖ ਵਰਗਾਂ ਨਾਲ ਜਿਹੜੇ ਚਰਚਿਤ ਵੀ ਨੇ ਕਈ। ਉਹਦੇ ਤੇ ਫਿਰ ਇਹ ਹੋਇਆ ਜਦੋਂ ਧੰਨਵਾਦ ਮਤਾ ਪਾਸ ਕਰਨਾ ਹੁੰਦਾ ਟੈਕਨੀਕਲੀ ਹਰ ਮੈਂਬਰ ਨੂੰ ਇਹ ਹੱਕ ਹੈ। ਮੈਨੂੰ ਲੱਗਦਾ ਕਿ ਇਹਨਾਂ ਤੋਂ ਬਾਕੀ ਐਮਐਲਏ ਜਿਹਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਉੱਥੇ ਇਕੱਲਾ ਸ਼ੋਰ ਸ਼ਰਾਬਾ ਨਹੀਂ, ਤੁਹਾਡੇ ਕੋਲ ਬਹੁਤ ਮੌਕੇ ਹੁੰਦੇ ਨੇ, ਤੁਸੀਂ ਕਾਲ ਅਟੈਂਸ਼ਨ ਦੇ ਸਕਦੇ ਹੁੰਦੇ ਹੋ, ਤੁਸੀਂ 0 ਆਵਰ ਚ ਆਪਣੀ ਗੱਲ ਉਠਾ ਸਕਦੇ ਹੁੰਦੇ ਹੋ, ਤੁਸੀਂ 15 ਦਿਨ ਪਹਿਲਾਂ ਕਿਸੇ ਵੀ ਮੁੱਦੇ ਤੇ ਸਵਾਲ ਪੇਸ਼ ਕਰ ਸਕਦੇ ਹੁੰਦੇ ਹੋ ਕੁਐਸਚਨ ਆਵਰ ਦੇ ਵਾਸਤੇ, ਤੇ ਤੁਸੀਂ ਕਿਸੇ ਵੀ ਮਾਮਲੇ ਤੇ ਪੁਆਇੰਟ ਆਫ ਆਰਡਰ ਲੈ ਕੇ ਵਿੱਚ ਵੀ ਕਦੇ ਤੇ ਭਾਸ਼ਣ ਦੇ ਵਿੱਚ ਵੀ ਬੋਲ ਸਕਦੇ ਹੁੰਦੇ ਹੋ, ਤੇ ਤੁਸੀਂ ਹਰ ਮੋਸ਼ਨ ਤੇ ਮਤੇ ਤੇ ਹਰ ਕਾਨੂੰਨ ਤੇ ਆਪਣੀ ਗੱਲ ਤਰੀਕੇ ਨਾਲ ਕਹਿਣ ਦੀ ਮੈਨੂੰ ਲੱਗਿਆ ਕਿ ਟੈਕਨੀਕੈਲਿਟੀ ਦੇ ਵਿੱਚ ਇੱਕ ਪਹਿਲੀ ਵਾਰ ਚੰਗੀ ਗੱਲ ਹੋਈ ਹੈ, ਚਾਹੇ ਉਹ ਬੰਦੇ ਨਾ ਬੰਦੇ ਅਲੱਗ ਗੱਲ ਹੈ। ਪਰ ਜਦੋਂ ਉਹ ਪਾਸ ਕਰਨ ਦਾ ਮੁੱਦਾ ਆਇਆ, ਸਪੀਕਰ ਸਾਹਿਬ ਨੇ ਕਿਹਾ ਵੀ ਆਪਾਂ ਮਤਾ ਪਾਸ ਕਰਵਾ ਲਈਏ, ਤਾਂ ਪਹਿਲਾਂ ਕੱਲਾ ਮਤਾ ਪੜਿਆ ਗਿਆ, ਕੱਲੇ ਤਿੰਨਾਂ ਦੇ ਨਾਮ ਦੇ ਤੌਰ ਤੇ। ਉਹ ਕਹਿੰਦੇ ਜੀ ਜਵਾਨੀ ਮਤੇ ਨਾਲ ਬਹੁਗਿਣਤੀ ਦੇ ਨਾਲ ਰੱਦ ਹੈ। ਚੰਗਾ ਹੁੰਦਾ ਜੇ ਇਹਨਾਂ ਤੇ ਬਹਿਸ ਕਰਾ ਲਈ ਜਾਂਦੀ, ਉਹਨਾਂ ਨੂੰ ਵੀ ਗੱਲ ਆਪਣੀ ਪੂਰੀ ਕਹਿਣ ਦਾ ਮੌਕਾ ਸਾਰਿਆਂ ਨੂੰ ਮਿਲਦਾ ਤੇ ਦੂਜਿਆਂ ਨੂੰ ਵੀ ਮਿਲਦਾ, ਕਰਾ ਚ ਇੱਕ ਦਿਨ ਹੋਰ ਲੱਗ ਜਾਂਦਾ। ਮੁੱਦੇ ਤਾਂ ਵੱਡੇ ਹੈਗੇ ਹੀ ਨੇ,
ਉਦੋਂ ਬਾਅਦ ਰੱਦ ਕਰਾ ਲੈਂਦੇ, ਅਗਲੇ ਦਿਨ ਭਾਸ਼ਣ ਦਾ ਜਿਹੜਾ ਧੰਨਵਾਦ ਮਤਾ ਪਾਸ ਕਰ ਲੈਂਦੇ, ਤਾਂ ਇੱਕ ਚੰਗੀ ਗੱਲ ਸੀ। ਇੱਕ ਤਾਂ ਇਹ ਵਰਤਾਰਾ ਹੋਇਆ, ਔਰ ਇਹ ਇੱਕ ਟਾਈਪ ਦਾ ਪੋਜ਼ਿਟਿਵ ਵਰਤਾਰਾ ਇਸ ਸੈਂਸ ਚ ਹੋਇਆ ਕਿ ਤੁਸੀਂ ਵਿਧਾਨ ਸਭਾ ਦੇ ਮੰਚ ਨੂੰ ਚੰਗੀ ਤਰ੍ਹਾਂ ਇਸ ਤੇ ਵਰਤੋਂ ਚ ਲਿਆਂਦਾ, ਤੇ ਉਹਦੇ ਤੇ ਇੱਕ ਗੱਲ ਸਾਹਮਣੇ ਆਈ ਹੈ, ਔਨ ਰਿਕਾਰਡ ਆਈ ਹੈ ਜਿਹੜੀ ਰਾਜਾ ਵੜਿੰਗ ਨੇ ਬੜੀ ਪੁਖਤਗੀ ਨਾਲ ਔਰ ਬੜੇ ਸਲੀਕੇ ਨਾਲ ਬੋਲਣਾ ਸ਼ੁਰੂ ਕੀਤਾ ਸੀ, ਭਾਵੇਂ ਕਿ ਉਹ ਸ਼ੁਰੂ ਦੇ ਵਿੱਚ ਥੋੜੇ ਮੈਨੂੰ ਉਖੜੇ ਲੱਗੇ, ਪਰ ਅੱਗੇ ਜਾ ਕੇ ਜਦੋਂ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਰਾਜਾ ਵੜਿੰਗ ਨੇ ਗੱਲ ਕਰਨੀ ਸ਼ੁਰੂ ਕੀਤੀ, ਮੇਰਾ ਖਿਆਲ ਉਹ ਸੱਤਾਧਾਰੀ ਧਿਰ ਨੂੰ ਵਾਰਾ ਖਾਨ ਦੀ ਗੱਲ ਕਰ ਰਹੇ ਸੀ। ਵਾਰਾ ਖਾਨ ਦੀ ਸੱਤਾਧਾਰੀ ਧਿਰ ਦੀ ਆਲੋਚਨਾ ਕਰਨ ਲਈ ਬਹੁਤਾ ਕੁਝ ਹੈ ਨਹੀਂ ਸੀ, ਲੇਕਿਨ ਇੰਨੀ ਕੁ ਆਲੋਚਨਾ ਤਾਂ ਕਰਨੀ ਬਣਦੀ ਹੈ ਜਿੰਨੀ ਕੁ ਰਾਜਾ ਵੜਿੰਗ ਕਰ ਰਹੇ ਸੀਗੇ। ਪਰ ਜਿਸ ਸ਼ਿੱਦਤ ਨਾਲ ਜਜ਼ਬਾਤੀ ਵੇਗ ਦੇ ਵਿੱਚ ਰਾਜਾ ਵੜਿੰਗ ਲੈਚ ਸੀ, ਉਹਨੂੰ ਸਪੀਕਰ ਵੱਲੋਂ ਰੋਕ ਲੈਣਾ, ਜਿਸ ਤਰੀਕੇ ਨਾਲ ਇਹ ਮਾਮਲਾ ਐਡਰੈਸ ਕੀਤਾ ਗਿਆ, ਸੁਖਪਾਲ ਸਿੰਘ ਖਹਿਰਾ ਦਾ ਐਡਰੈਸ ਕੀਤਾ ਗਿਆ, ਔਰ ਜਿਸ ਤਰੀਕੇ ਨਾਲ ਮੀਤ ਹੇਰ ਨੇ ਬੜੀ ਪੁਖਤਗੀ ਨਾਲ ਉਹਨੇ ਵੀ ਗੱਲ ਕੀਤੀ ਆ, ਤੇ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਜ਼ਰੂਰ ਐਡਰੈਸ ਕਰ ਦਿਓ। ਮੈਨੂੰ ਲੱਗਿਆ ਕਿਤੇ ਕਿਤੇ ਥੋੜੀ ਜ਼ਿਆਦਤੀ ਵੀ ਹੁੰਦੀ ਰਹੀ, ਸਪੀਕਰ ਦੀ ਕੁਰਸੀ ਵੱਲੋਂ ਥੋੜਾ ਜਿਹਾ ਕਿਤੇ ਜ਼ਿਆਦਾ ਇਨਜਸਟਿਸ ਵੀ ਹੋਇਆ ਲੱਗਿਆ। ਤੁਹਾਨੂੰ ਲੱਗਿਆ ਕਈ ਮਾਮਲਿਆਂ ਦੇ ਵਿੱਚ ਥੋੜੀ ਜਿਹੀ ਲਿਬਰਟੀ ਦਿੱਤੀ ਜਾ ਸਕਦੀ ਸੀ, ਖੁੱਲ ਕੇ ਗੱਲ ਹੋਣ ਦਿੰਦੇ ਕੀ ਫਰਕ ਪੈਂਦਾ? ਹਾਂ, ਨਾਰਮਲੀ ਗੱਲ ਸਾਡੇ ਸਪੀਕਰ ਦਾ ਜਿਹੜਾ ਉਹਦਾ ਅਸਲ ਚ ਅਸੀਂ ਵੈਸਟਰਨ ਕੰਟਰੀ ਵਾਂਗ ਨਹੀਂ ਕਿ ਉਹ ਪਾਰਟੀ ਛੱਡਦੇ ਉਦੋਂ ਬਾਅਦ, ਤੇ ਉਦੋਂ ਬਾਅਦ ਇੰਡੀਪੈਂਡੈਂਟ ਰਹੇ, ਜੇ ਅੱਗੇ ਨੂੰ ਵਿਧਾਨ ਸਭਾ ਲੜਨੀ ਹੈ ਉਹਦੇ ਖਿਲਾਫ ਕੋਈ ਖੜਾ ਨਹੀਂ ਹੋਏਗਾ। ਇਹ ਸਾਡੇ ਕਿਉਂਕਿ ਉਸੇ ਪਾਰਟੀ ਚ ਦੁਬਾਰਾ ਆਉਣਾ ਹੁੰਦਾ, ਉਸੇ ਪਾਰਟੀ ਚ ਮੰਤਰੀ ਬਣਨ ਦੀ ਖਾਸ ਵੀ ਹੁੰਦੀ ਹੈ, ਚੀਫ ਮਿਨਿਸਟਰ ਬਣਨ ਦੀ ਖਾਸ ਵੀ ਹੁੰਦੀ ਹੈ, ਬਾਕੀ ਚੀਜ਼ਾਂ ਵੀ ਹੁੰਦੀਆਂ ਨੇ, ਤਾਂ 100 ਓਡਾ ਜ਼ਿਆਦਾ ਨਿਰਪੱਖਤਾ ਦੀ ਉਮੀਦ ਮੇਰੇ ਖਿਆਲ ਹੈ ਸਾਡੇ ਸਿਸਟਮ ਚ ਇਨਬਿਲਟ ਹੈ, ਨਹੀਂ ਕੀਤੀ ਨਹੀਂ ਹੁੰਦੀ ਉਸ ਮਾਮਲੇ ਦੇ ਵਿੱਚ। ਜਿਹੜਾ ਸਵਾਲ ਹੈਗਾ ਰਾਜਾ ਵੜਿੰਗ ਦਾ, ਰਾਜਾ ਵੜਿੰਗ ਨੇ ਜਿੰਨਾ ਕੁ ਗੱਲ ਕੀਤੀ, ਤੇ ਉਸ ਗੱਲ ਦੇ ਵਿੱਚ ਇੱਕ ਗੱਲ ਸੀ, ਮਤਲਬ ਉਹਨੇ ਦੋਨਾਂ ਨੂੰ ਟਾਰਗੇਟ ਕਰਨ ਦੀ ਟਰਾਈ ਕੀਤੀ ਹੈ। ਪਹਿਲੀ ਵਾਰ ਇੱਕ ਬੈਲੈਂਸ ਜਾ ਹੁੰਦਾ ਨਾ, ਨਹੀਂ ਤਾਂ ਕਈ ਵਾਰ ਲੋਕ ਕਹਿੰਦੇ ਨੇ ਗਵਰਨਰ ਰਾਜ ਲਾਓ, ਕਾਂਗਰਸ ਨੇ ਇਹ ਵੀ ਕਹਿਤਾ ਸੀ ਇੱਕ ਵਾਰ ਵਿੱਚ ਵੀ ਕਿ ਗਵਰਨਰ ਰਾਜ ਲਾਓ, ਇਹਨਾਂ ਤੋਂ ਸਮਝ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਔਰ ਇਸ ਮੁੱਦੇ ਦੇ ਉੱਤੇ ਰਾਜਾ ਵੜਿੰਗ ਨੇ ਇਹ ਕਿਹਾ ਕਿ ਸਰਕਾਰ ਪੂਰੀ ਅਸਫਲ ਹੋਈ ਹੈ ਅਮਰਤਪਾਲ ਦੇ ਮਾਮਲੇ 'ਚ, ਤਾਂ ਉਹਨੇ ਤਾਂ ਉੱਥੇ ਇਹ ਕਿਹਾ ਕਿ ਉਹਨੂੰ ਅਰੈਸਟ ਕੀਤਾ ਜਾਵੇ ਤੁਰੰਤ, ਤੇ ਪੂਰੀ ਕਾਰਵਾਈ ਜਿਹੜੇ ਬਾਕੀ ਬੰਦੇ ਨੇ ਕੀਤੇ ਜਾਣ, ਸਾਡੀ ਪਾਰਟੀ ਤੁਹਾਡੇ ਨਾਲ ਹੈ, ਨਹੀਂ ਤਾਂ ਕੇਂਦਰ ਸਰਕਾਰ ਆਨੇ ਬਹਾਨੇ ਤੁਹਾਡੇ ਗਵਰਨਰ ਰਾਜ ਲਾਉਣਾ ਚਾਹੁੰਦੀ ਹੈ, ਅਸੀਂ ਕਿਸੇ ਵੀ ਸੂਰਤ 'ਚ ਉਹਦੀ ਹਮਾਇਤ ਨਹੀਂ ਕਰਾਂਗੇ, ਗਵਰਨਰ ਰਾਜ ਦੇ ਖਿਲਾਫ ਤੁਹਾਡੇ ਨਾਲ ਖੜਾਂਗੇ। ਉਹਦੀ ਜਿਹੜੀ ਸ਼ਬਦਾਵਲੀ ਸੀ, ਮਤਲਬ ਉਹ ਇਸ ਐਂਗਲ ਦੀ ਸੀ ਜਿਹਦੇ 'ਚ ਉਹ ਦੋਨੋਂ ਪਾਸੇ ਇੱਕ ਲੈਵਲ ਦੀ ਗੱਲ ਕਰ ਰਿਹਾ ਸੀ ਕਿ ਕੇਂਦਰ ਸਰਕਾਰ ਦਾ ਵੀ ਉਹ ਰੂਪ ਜਿਹੜਾ ਨੈਸ਼ਨਲ ਕਾਂਗਰਸ ਦਾ ਅਪਰੋਚ ਹੈ ਉਸ ਐਂਗਲ ਤੋਂ, ਕਿ ਕੇਂਦਰ ਵੀ ਇੱਥੇ ਆਪਣਾ ਗਾਹੇ ਇੱਥੇ ਆਪਣਾ ਮਤਲਬ ਉੱਲੂ ਸਿੱਧਾ ਕਰਨ ਦੇ ਲਈ ਕੁਝ ਨਾ ਕੁਝ ਕਰ ਰਹੀ ਹੈ, ਔਰ ਇਹ ਸਰਕਾਰ ਵੀ ਅਸਫਲ ਦਿਖਾਈ ਰਹੀ ਹੈ। ਹਾਲਾਂਕਿ ਇੱਕ ਇਹ ਵੀ ਗੱਲ ਆਉਂਦੀ ਹੈ ਕਿ ਤੁਸੀਂ ਫਟਾਫਟ ਉਹਨਾਂ ਕੋਲ ਚਲੇ ਗਏ ਹੋ, ਅਮਿਤ ਸ਼ਾਹ ਕੋਲ, ਕਿ ਅਮਿਤ ਸ਼ਾਹ ਉਹਨਾਂ ਨੇ ਕਬਜ਼ਾ, ਪ੍ਰਤਾਪ ਬਾਜਵਾ ਨੇ ਕੀ ਕਿਹਾ ਸੀ, ਪ੍ਰਤਾਪ ਬਾਜਵਾ ਨੇ ਇੱਕ ਗੱਲ ਕੀਤੀ ਸੀ ਨਾ, ਉਹ ਕਮੈਂਟ ਕਰਕੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਰਹਿੰਦੇ, ਦਲੀਪ ਸਿੰਘ 5 ਸਾਲ ਦੇ ਸੀ, ਤੇ 3 ਸਾਲ ਚ ਇੱਕ ਐਂਟਰੀ ਹੋ ਗਈ ਈਸਟ ਇੰਡੀਆ ਕੰਪਨੀ ਦੀ, 3 ਸਾਲ ਚ ਕੈਪਚਰ ਕਰ ਲਿਆ ਪੰਜਾਬ, ਤੁਸੀਂ ਐਂ ਦਿੱਲੀ ਨੂੰ ਦੇਣਾ ਚਾਹੁੰਦੇ ਹੋ। ਜਿਵੇਂ ਉਹਨਾਂ ਨੇ ਫਟਾਫਟ 18 ਕੰਪਨੀਆਂ, ਅੱਜ 2 ਕੰਪਨੀਆਂ ਤਾਂ ਅਜਨਾਲੇ ਆ ਵੀ ਗਈਆਂ, ਆਈਟੀਆਈ ਉਹਦੇ ਚ ਆਈਟੀਆਈ ਤੇ ਕਾਲਜ ਦੇ ਵਿੱਚ ਬਿਠਾ ਦਿੱਤੀਆਂ ਗਈਆਂ ਨੇ, ਹਜੇ ਤੈਨਾਤੀ ਚਾਹੇ ਹੋਵੇ ਨਾ ਹੋਵੇ ਜਿੱਥੇ ਮਰਜੀ, ਮਤਲਬ ਉਹ ਇੱਕ ਤਰੀਕਾ ਹੈ ਵੀ ਹੈ ਸਾਡੇ ਕੋਲ। ਪਰ ਇਹ ਗੱਲ ਹੈ, ਇਹ ਇਸ਼ੂ ਹੈ, ਲਾ ਐਂਡ ਆਰਡਰ ਦਾ ਇਸ਼ੂ ਹੈ, ਇਹਦੇ ਤੋਂ ਸਰਕਾਰ ਬਚ ਕੇ ਨਹੀਂ ਲੰਘ ਸਕਦੀ, ਤੇ ਚਰਚਾ ਤਾਂ ਹੋਣੀ ਹੋਊਗੀ। ਜਿਹੜੇ ਤੁਹਾਡੇ ਕੋਲ ਤੱਥ ਨੇ ਤੁਸੀਂ ਤੱਥ ਰੱਖ ਦਿਓ। ਇਸੇ ਕਰਕੇ ਲਾ ਐਂਡ ਆਰਡਰ ਤੇ ਸ਼ਾਇਦ ਇਹਨਾਂ ਘਟਨਾਵਾਂ ਕਰਕੇ ਹੀ ਅੱਜ ਬੋਲਣਾ ਵੀ ਪਿਆ, ਮਾਨਸਾ ਦੇ ਐਸਐਸਪੀ ਨੂੰ ਵੀ ਬੋਲਣਾ ਪਿਆ, ਕਿਉਂਕਿ ਸਿੱਧੂ ਮੂਸੇਵਾਲੇ ਦਾ ਫਾਦਰ ਵੀ ਇੱਥੇ ਆ ਗਿਆ ਸੀ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਚੀਫ ਮਿਨਿਸਟਰ ਤੁਹਾਨੂੰ 20 ਤਰੀਕ ਤੋਂ ਬਾਅਦ ਮਿਲਣਗੇ, ਚੀਫ ਮਿਨਿਸਟਰ ਨੇ ਭੇਜਿਆ ਹੋਣਾ ਉਹਨਾਂ ਨੂੰ ਗੱਲ ਕਰਨ ਦੇ ਵਾਸਤੇ, ਔਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਮਾਨਸਾ ਦੇ ਐਸਐਸਪੀ ਨੇ ਅੱਜ ਕਿ ਅਸੀਂ ਬਲਤੇਜ ਪੰਨੂ ਸਮੇਤ ਸਭ ਨੂੰ ਪੁੱਛਗਿੱਛ ਸ਼ਾਮਲ ਕਰਾਂਗੇ, ਜਿੰਨੇ ਵੀ ਤੁਹਾਡੇ ਗੱਲਾਂ। ਅੱਜ ਪਹਿਲੀ ਵਾਰ ਮੇਰਾ ਖਿਆਲ ਹੈ ਇਹ ਓਪਨ ਗਵਰਨਮੈਂਟ ਨੇ ਇਹ ਪ੍ਰਵਾਨ ਕੀਤਾ ਕਿ ਚੀਫ ਮਿਨਿਸਟਰ ਦਾ ਇੱਕ ਐਡਵਾਈਜ਼ਰ ਹੈ, ਤੇ ਉਹਨੂੰ ਵੀ ਅਸੀਂ ਇਹ ਜਿਹੜੇ ਮਾਮਲੇ 'ਚ ਉਦੋਂ ਕਹਿੰਦੇ ਸੀ ਲੀਕ ਕਿਹਨੇ ਕੀਤੀ ਇਹ ਕਿ ਵਾਪਸ ਲੈ ਗਏ ਨੇ ਬਾਡੀਗਾਰਡ, ਉਹਨਾਂ ਸਾਰੇ ਮੁੱਦਿਆਂ 'ਚ ਇਹ ਨਵੀਂ ਡਿਵੈਲਪਮੈਂਟ ਹੈ ਉਹ ਸਾਰੇ ਮਾਮਲੇ ਦੇ ਵਿੱਚ। ਔਰ ਦੂਜੀ ਗੱਲ ਸੁਖਪਾਲ ਖਹਿਰੇ ਨੂੰ ਸਪੀਕਰ ਨੇ ਇੱਕ ਹੱਦ ਤੱਕ ਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਕੀਤੀਆਂ ਨੇ ਤਿੰਨੇ ਚਾਰੇ ਕਿ ਆ ਕਲੱਬ ਕਰ ਦੋ, ਇੱਥੇ ਤੱਕ ਬੋਲਣ ਦੀ ਇਜਾਜ਼ਤ ਦਿੱਤੀ ਤਿੰਨੇ ਉਹਨਾਂ ਚੀਜ਼ਾਂ ਤੇ। ਪਰ ਸੁਖਪਾਲ ਖਹਿਰਾ ਤੇ ਚੀਫ ਮਿਨਿਸਟਰ ਦਾ ਕਾਫੀ ਜ਼ਿਆਦਾ ਆਪਸ ਦੇ ਵਿੱਚ ਮੈਨੂੰ ਲੱਗਦਾ ਹੈ ਪਰਸਨਲ ਵੀ ਹੈ ਜਿਸ ਤਰੀਕੇ ਦਾ ਉਹ ਹੁੰਦਾ ਬਾਕੀ ਦੇ ਸਾਰੇ ਦੇ ਮੁਕਾਬਲੇ। ਔਰ ਜੇ ਸੋਬਰ ਬਹਿਸ ਹੋਵੇ, ਤੁਹਾਡੇ ਕੋਲ ਗੱਲਾਂ ਕਹਿਣ ਨੂੰ ਬਹੁਤ ਹੁੰਦੀਆਂ ਨੇ, ਔਰ ਮੈਨੂੰ ਲੱਗਦਾ ਸਰਕਾਰ ਕੋਲ ਤਾਂ 92 ਐਮਐਲਏ ਨੇ, ਉਹਨਾਂ ਦਾ ਤਾਂ ਟਾਈਮ ਹੀ ਬਹੁਤ ਹੁੰਦਾ ਬੋਲਣ ਦਾ ਜਿੰਨਾ ਮਰਜ਼ੀ, ਕਿਉਂਕਿ ਵਿਧਾਨ ਸਭਾ ਦਾ ਸਾਡੇ ਸਟਰਕਚਰ ਇਹ ਹੈ ਕਿ ਜਿੰਨੇ ਬੰਦੇ ਤੁਹਾਡੇ ਹੋਣਗੇ ਉਨਾ ਹੀ ਟਾਈਮ ਮਿਲੂਗਾ, ਤੇ ਇਸ ਕਰਕੇ ਉਹਨਾਂ ਨੂੰ ਸੋਬਰਟੀ ਨਾਲ ਜ਼ਿਆਦਾ ਪੇਸ਼ ਆਉਣਾ ਚਾਹੀਦਾ। ਇਹੋ ਜਿਹੇ ਬੰਦੇ
ਆਉਣਗੇ ਤਾਂ ਉਹਨਾਂ ਦਾ ਇੱਕ ਮਤਲਬ ਲੋਕਾਂ ਦੇ ਵਿੱਚ ਇੱਕ ਇਮੇਜ ਚੰਗਾ ਬਣੂ। ਇੱਕ ਮੈਨੂੰ ਇਹ ਵੀ ਲੱਗਦਾ ਹੈ ਕਿ ਭਗਵੰਤ ਮਾਨ, ਦੇਖੋ ਹੈ ਤਾਂ ਹਾਸੇ ਠੱਠੇ 'ਚ ਗੱਲ ਕਿ ਭਗਵੰਤ ਮਾਨ ਨੂੰ ਤਾਂ ਮਸ਼ਕੂਰ ਹੋਣਾ ਚਾਹੀਦਾ। ਸੁਖਪਾਲ ਖਹਿਰਾ ਜੇਕਰ ਗਲਤੀਆਂ ਨਾ ਕਰਦੇ ਤੇ ਅੱਜ ਇਹ ਕੁਰਸੀ ਸ਼ਾਇਦ ਭਗਵੰਤ ਮਾਨ ਸਾਹਿਬ ਨੂੰ ਇੰਨੀ ਸੌਖਿਆ ਨਾ ਮਿਲਦੀ। ਜੇਕਰ ਫੂਲਕਾ ਸਾਹਿਬ, ਉਸ ਤੋਂ ਬਾਅਦ ਸੁਖਪਾਲ ਖਹਿਰਾ, ਇਹ ਹੌਲੀ ਹੌਲੀ ਸਾਈਡ ਲਾਈਨ ਨਾ ਹੁੰਦੇ, ਜਾਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਘੁੱਗੀ, ਸਾਰੇ, ਇਹ ਦੌੜ ਵੱਡੀ ਹੋਣੀ ਸੀ। ਔਰ ਜਦੋਂ ਕਿਧਰੇ ਵੋਟਾਂ ਲਾਸਟ ਵਿੱਚ ਲੋਕਾਂ ਤੋਂ VOTING ਕਰਾਈ ਗਈ ਭਗਵੰਤ ਮਾਨ ਦੇ ਨਾਲ, ਜੇ 4 ਚਿਹਰੇ ਹੋਰ ਦਿਸਦੇ ਹੁੰਦੇ ਨਾ, ਤੇ ਮੇਰੇ ਖਿਆਲ ਸ਼ਾਇਦ ਕਾਫੀ ਟਫ ਹੋਣਾ ਸੀ। ਇਹ ਤਾਂ ਉਹਨਾਂ ਨੂੰ ਸਗੋਂ ਧੰਨਵਾਦੀ ਹੋਣਾ ਚਾਹੀਦਾ। ਅੱਛਾ, ਹੁਣ ਤੁਸੀਂ ਮੈਨੂੰ ਇਹਨੂੰ ਗੱਲ ਨੂੰ ਅੱਗੇ ਲੈ ਜਾਓ ਜ਼ਰਾ, ਕਿ ਦੋਵੇਂ ਧਿਰਾਂ, ਇੱਕ ਤਾਂ ਜਿਹੜੀ ਵਿਧਾਨਕਾਰ ਪਾਰਟੀ ਆ ਉਹ ਬਾਜਵਾ ਦੀ ਅਗਵਾਈ 'ਚ ਮੈਮੋਰੰਡਮ ਦੇ ਰਹੀ ਹੈ ਜਾ ਕੇ ਗਵਰਨਰ ਨੂੰ, ਤੇ ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਕੁਝ ਮੁੱਦਿਆਂ ਤੇ ਆਪਣੀ ਲੀਡਰਸ਼ਿਪ ਦੇ ਨਾਲ ਗਵਰਨਰ ਨੂੰ ਮਿਲ ਕੇ ਬਾਹਰ ਆ ਕੇ ਐਡਰੈਸ ਕਰਦੇ ਆ। ਵੱਖਰੀ ਗੱਲ, ਅਸੀਂ ਇੱਕ ਵੱਖਰੇ ਐਪੀਸੋਡ ਦੇ ਵਿੱਚ ਇੱਕ ਪੂਰੀ ਬਹਿਸ ਨਾਲ ਸ਼ਾਮਲ ਹੋਵਾਂਗੇ ਕਿ ਕੋਟਕਪੂਰਾ ਵਾਲੀ ਚਾਰਜਸ਼ੀਟ ਤੋਂ ਬਾਅਦ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ ਹੈ, ਉਹਦੀ ਦੂਜੀ ਕਤਾਰ ਦੇ ਆਗੂ ਕਰਦੇ ਆ, ਤੇ ਉਧਰ ਭਗਵੰਤ ਮਾਨ ਫਲੋਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਵੀ ਇੱਕ ਬਿਆਨ ਦਿੰਦੇ। ਇਹਨਾਂ ਦੋਨਾਂ ਦੇ ਵਿੱਚ ਆਪਸੀ ਵਿਰੋਧਾਭਾਸ ਆ ਗਿਆ। ਅਕਾਲੀ ਦਲ ਇਲਜ਼ਾਮ ਲਾ ਰਿਹਾ, ਪਰ ਮੈਂ ਉਹ ਦੋ ਮੁੱਦੇ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਗਵਰਨਰ ਹਾਊਸ ਵੱਲ ਦੋਵੇਂ ਤਰ੍ਹਾਂ ਗਈਆਂ ਸੀ। ਪ੍ਰਤਾਪ ਸਿੰਘ ਬਾਜਵਾ ਵੀ ਤਾਂ ਜਿਹੜੇ ਗਏ ਸੀ, ਉਹ ਬਕਾਇਦਾ ਇੱਕ ਮੈਮੋਰੰਡਮ ਲੈ ਕੇ, ਉਹਦੇ ਚ ਤਿੰਨ ਮੁੱਦੇ ਨੇ, 2 ਮੁੱਦੇ ਉਹਨਾਂ ਨੇ ਐਡੀਸ਼ਨਲ ਕਹਿੰਦੇ ਨੇ ਅਸੀਂ ਵੈਸੇ ਕਹੇ ਨੇ ਗਵਰਨਰ ਨੂੰ ਜ਼ੁਬਾਨੀ ਤੌਰ ਦੇ ਉੱਤੇ, ਜਿਹਦੇ ਸਭ ਤੋਂ ਪਹਿਲਾ ਮੁੱਦਾ ਤਾਂ ਐਕਸਾਈਜ਼ ਪਾਲਿਸੀ ਦਾ। ਜਿਹੜੀ ਐਕਸਾਈਜ਼ ਪਾਲਿਸੀ, ਉਹਨਾਂ ਦਾ ਇਲਜ਼ਾਮ ਇਹ ਲਾਇਆ ਉਹਦੇ ਵਿੱਚ ਕਿ ਜਿਹੜੀ ਐਕਸਾਈਜ਼ ਪਾਲਿਸੀ ਦੀ ਜਾਂਚ ਦੇ ਦੌਰਾਨ ਮਨੀਸ਼ ਸਿਸੋਦੀਆ ਸਮੇਤ ਕਾਫੀ ਬੰਦੇ ਅੰਦਰ ਬੰਦ ਨੇ, ਕਾਰੋਬਾਰੀ ਵੀ ਤੇ ਬਾਕੀ, ਤੇ ਸੇਮ ਪਾਲਿਸੀ ਲਗਭਗ ਉਹੀ ਜੀ ਉਹ ਤੇ ਉਹੀ ਬੰਦਿਆਂ ਤੇ ਆਧਾਰਿਤ ਪੰਜਾਬ ਦੇ ਵਿੱਚ ਹੈ। ਤਾਂ ਪੰਜਾਬ ਦੇ ਵਿੱਚ ਵੀ ਇੱਕ ਸੀਰੀਅਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਪੰਜਾਬ ਨੂੰ ਉਹਦੇ ਨਾਲ ਲਾਸ ਵੀ, ਮਤਲਬ ਉਸ ਪੱਧਰ ਦੇ ਉੱਤੇ ਉਹ ਕਹਿੰਦੇ ਨੇ ਫਾਈਨੈਂਸ਼ੀਅਲ ਲਾਸ ਵੀ ਹੋਇਆ, ਤੇ ਬਾਕੀ ਲੋਕਾਂ ਦਾ ਜਿਹੜੇ ਮਤਲਬ ਹੋਰ ਠੇਕੇਦਾਰ ਸੀ, ਹੋਰ ਕਾਰੋਬਾਰੀ ਸੀ, ਸਭ ਨੂੰ ਉਸ ਪੱਧਰ ਦੀ ਗੱਲ ਹੋਈ ਹੈ। ਜੇ ਇੱਕ ਤੇ ਜਾਂਚ ਹੋ ਸਕਦੀ ਹੈ ਤਾਂ ਦੂਜੇ ਤੇ ਵੀ ਹੋਣੀ ਚਾਹੀਦੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ। ਔਰ ਦੂਜੀ ਗੱਲ ਉਹਨਾਂ ਨੇ ਲਿਆਂਦੀ ਰੇਤ ਦੇ ਮਾਮਲੇ ਦੇ ਵਿੱਚ, ਕਹਿੰਦੇ ਉੱਥੇ ਕੀਤੀ ਮਾਈਨਿੰਗ ਮਾਮਲੇ 'ਚ, ਜਿਹਨੂੰ ਭਗਵੰਤ ਮਾਨ ਉਹਨਾਂ ਨੇ ਅੱਜ ਅਸੈਂਬਲੀ 'ਚ ਕਿਹਾ ਬਾਰ-ਬਾਰ ਕਿ ਅਸੀਂ 5.5 ਰੁਪਏ ਦੇ ਰਹੇ ਹਾਂ ਰੇਤਾ। ਇਹ ਪਹਿਲਾਂ ਕਿਸੇ ਦੇ ਸਮਝ ਕਿਉਂ ਨਹੀਂ ਆਇਆ, ਦਿੱਤਾ ਕਿਉਂ ਨਹੀਂ, ਜਾਂ ਬਾਕੀ ਦੀਆਂ ਚੀਜ਼ਾਂ ਨੇ। ਔਰ ਇਹਨਾਂ ਨੇ ਇਹ ਕਿਹਾ ਕਿ ਤੁਸੀਂ ਇੱਕ ਟਾਰਗੇਟ ਪਹਿਲਾਂ ਸਾਨੂੰ ਕਿਹਾ ਸੀ, ਅਸੀਂ ਅੰਦਾਜ਼ਾ ਲਾ ਲਿਆ 20,000 ਕਰੋੜ ਰੁਪਏ ਦਾ ਜਿਹੜਾ ਇਹ ਤੋਂ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਏਗਾ ਔਰ ਪੰਜਾਬ ਨੂੰ ਫਾਇਦਾ ਹੋਏਗਾ। ਪਰ ਉਹਦੇ ਸਾਰੇ ਮਾਮਲੇ ਦੇ ਵਿੱਚ ਜਿਹੜੀ ਮਾਈਨਿੰਗ ਹੈ, ਔਰ ਉਹਨਾਂ ਨੇ ਨਾਲ ਇੱਕ ਮਈ ਦੇ ਵਿੱਚ 22 ਮਈ ਨੂੰ ਮਤਲਬ ਵਿਧਾਨ ਸਭਾ ਦੇ ਵਿੱਚ ਵੀ ਬਹਿਸ ਉਹਨਾਂ ਦਾ ਕੋਈ ਗੱਲ ਹੈ, ਯਕੀਨ ਦਵਾਇਆ ਕਿ ਅਸੀਂ ਟੋਟਲ ਮਾਈਨਿੰਗ ਰੋਕ ਦਿੱਤੀ ਗਈ। ਫਿਰ ਉਸ ਤੋਂ ਬਾਅਦ ਜੂਨ ਦੇ ਵਿੱਚ ਉਹਨਾਂ ਦੀ ਹੀ ਇੱਕ MLA ਬਲਕਿ ਅੱਜ ਕੱਲ੍ਹ ਮੰਤਰੀ ਜਿਹੜੀ ਅਨਮੋਲ ਗਗਨ ਮਾਨ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਮਾਈਨਿੰਗ ਚੱਲ ਰਹੀ ਹੈ, ਉੱਥੇ ਆਪ ਜਾ ਕੇ ਦੇਖਿਆ, ਜਦੋਂ ਆਪ ਜਾ ਕੇ ਦੇਖਿਆ ਰੋਕਤਾ। ਪਹਿਲਾਂ ਤਾਂ ਇਹ ਹੈ ਵੀ ਗੁੰਮਰਾਹ ਕੀਤਾ ਗਿਆ ਪੰਜਾਬ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਤੇ ਸਦਨ ਨੂੰ, ਜਦੋਂ ਉਹਨਾਂ ਦੇ MLA ਆਪ ਹੀ ਕਹਿ ਰਹੇ ਨੇ ਇੱਧਰ ਉੱਧਰ ਕਿ ਜੀ ਹਾਂ ਮਾਈਨਿੰਗ ਚੱਲਦੀ ਰਹੀ। ਤਾਂ ਉਹ ਚੱਲਦੀ ਮਾਈਨਿੰਗ ਦੇ ਵਿੱਚ ਕੌਣ ਹੱਥ ਧੋਂਦਾ ਰਿਹਾ, ਤੇ ਜੇ ਇਹਨਾਂ ਨੇ ਇੱਕ ਆਪਣੇ ਵੱਲੋਂ ਅੰਦਾਜ਼ਾ ਲਾ ਲਿਆ, ਇਹ ਲਿਖਤੀ ਤਾਂ ਨਹੀਂ ਪਰ ਬਾਅਦ ਚ ਬਾਜਵਾ ਉਹਨਾਂ ਨੇ ਜ਼ੁਬਾਨੀ ਗੱਲ ਕੀਤੀ ਆ ਪ੍ਰੈਸ ਨਾਲ ਆ ਕੇ, ਉਹ ਕਹਿੰਦੇ 20,000 ਕਰੋੜ ਦੇ ਵਿੱਚੋਂ ਜਿੰਨਾ ਚਿਰ ਪ੍ਰਾਈਵੇਟ ਠੇਕੇਦਾਰ ਕੱਢਦੇ ਰਹੇ 70 ਕਰੋੜ ਉਹਨਾਂ ਨੇ ਕਮਾ ਲਿਆ, ਤੇ ਜਦੋਂ ਸਰਕਾਰ ਨੇ ਕਹਿਤਾ ਮੇਰੇ ਕਬਜ਼ੇ ਚ 135-40 ਕਰੋੜ ਇਹਨਾਂ ਨੇ ਕਮਾ ਲਿਆ। ਕਹਿੰਦੇ 19,875 ਕਰੋੜ ਰੁਪਈਆ ਕਿੱਥੇ ਗਿਆ, ਕਿਹਦੀ ਜੇਬ ਚ ਗਿਆ, ਕੌਣ ਲੈ ਗਿਆ, ਹੁਣ ਤੱਕ ਦਾ ਇਹਦੀ ਜਾਂਚ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਕਿਸੇ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਤੋਂ ਜਿਹੜੀ ਉਸ ਰੂਪ ਦੇ ਵਿੱਚ ਕਰਾਉਣੀ ਚਾਹੀਦੀ ਹੈ। ਇਹ ਕਾਫੀ ਬੜੇ ਮੁੱਦੇ ਦੇ ਤੌਰ ਤੇ ਮਤਲਬ ਉਸ ਲੈਵਲ ਤੇ ਉਹ ਗੱਲ ਕਰਦੇ ਨੇ। ਔਰ ਇਹਦੇ ਨਾਲ ਦੀ ਨਾਲ ਜਿਵੇਂ ਖਹਿਰਾ ਉਹਨਾਂ ਨੇ ਸੁਣਾਇਆ ਸੀ, ਉਹਨਾਂ ਨੇ ਇਹ ਵੀ ਕਿਹਾ ਇਹਦਾ ਮਤਲਬ ਜੁਮਲਿਆਂ ਨਾਲ ਖੇਡਣਾ ਚਾਹੁੰਦੇ ਆ, ਕਿਉਂਕਿ ਜੁਮਲਾ ਹੀ ਸੀਗਾ ਵੀ ਅਸੀਂ 20,000 ਕਰੋੜ ਰੈਵਨਿਊ ਰੇਤ ਚੋਂ ਕੱਢ ਲਾਂਗੇ। ਜਿਸ ਸਟੇਟ ਦੇ ਵਿੱਚ ਲੱਗਦਾ ਹੀ 7-8 ਹਜ਼ਾਰ ਕਰੋੜ ਦਾ ਰੇਤਾ ਹੋਵੇ, ਉਹਦੇ ਚ 20,000 ਉਹ ਜੇ ਕੇਜਰੀਵਾਲ ਉਹ ਜੇ, ਇਹ ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਖੇਡੀਆਂ ਹੋਈਆਂ, ਇਹਨਾਂ ਦੇ ਟਿਪਸ ਦੇ ਉੱਤੇ ਹੈ, ਇਹਨਾਂ ਨੂੰ ਪਤਾ ਵੀ ਕਿੰਨਾ ਕੁ ਨਿਕਲਦਾ। ਬਿਲਕੁਲ। ਤੇ ਅਗਲੀ ਗੱਲ ਇਹਨਾਂ ਨੇ ਉਹੀ ਅਸ਼ੋਕ ਮਿੱਤਰ ਤੇ ਸੀਚੇਵਾਲ ਵਾਲੀ ਗੱਲ ਉਠਾਈ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਕਿਉਂਕਿ ਉਹ ਅੱਜ ਕੱਲ੍ਹ ਮੈਂਬਰ ਪਾਰਲੀਮੈਂਟ ਨੇ, ਦੋਨੋਂ ਆਮ ਆਦਮੀ ਪਾਰਟੀ ਦੇ ਨੇ, ਫਿਰ ਜੇ ਬਹੁਤ ਇਮਾਨਦਾਰਾਂ ਦੀ ਸਰਕਾਰ ਹੈ ਤਾਂ ਉਧਰ ਨਜ਼ਰੀਆ ਹੋਰ ਨਹੀਂ। ਫਿਰ ਫੌਜਾ ਸਿੰਘ ਸਰਾਰੀ ਵਾਲੀ ਗੱਲ ਉਹਨਾਂ ਨੇ ਉਠਾਈ ਹੈ, ਉਹਦੇ ਚ ਕਿ ਫੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਵੀ ਹੈ, ਔਰ ਉਹਨਾਂ ਨੇ ਮਿਨਿਸਟਰੀ ਤੋਂ ਤਾਂ ਡ੍ਰੌਪ ਕਰਤਾ,
ਪਰ FIR ਦਰਜ ਹੋ ਕੇ ਅੱਗੇ ਕਿਉਂ ਨਹੀਂ ਵੱਧ ਰਹੀ ਕਾਰਵਾਈ, ਜਾਂ ਉਸ ਪਾਸੇ ਵੱਲ ਕਿਉਂ ਨਹੀਂ ਵੱਧ ਰਹੀ। ਇਹ ਸਾਰੀਆਂ ਗੱਲਾਂ ਗਵਰਨਰ ਦੇ ਨਾਲ, ਗਵਰਨਰ ਐਡਰੈਸ ਦੇ ਵਿੱਚ ਨਾਲ ਉਹਨਾਂ ਨੇ ਇਹ ਫੇਰ ਦੁਹਰਾਤਾ ਕਿ ਜਿੰਨਾ ਚਿਰ ਚੀਫ ਮਿਨਿਸਟਰ ਮਾਫੀ ਨਹੀਂ ਮੰਗਦੇ ਅਸੀਂ ਨਹੀਂ ਜਾਵਾਂਗੇ, ਜਾਂ ਬਾਕੀ ਉਸ ਉਹਨਾਂ ਚਿਰ ਅਸੀਂ ਵਾਕਆਊਟ ਕਰਾਂਗੇ। ਜਦ ਚੀਫ ਮਿਨਿਸਟਰ ਨਹੀਂ ਹੋਇਆ ਕਰੂਗਾ ਅਸੀਂ ਸਦਨ 'ਚ ਜਾਇਆ ਕਰਾਂਗੇ। ਇਹ ਇੱਕ ਆਪਣੇ ਲੈਵਲ ਦਾ ਉਹਨਾਂ ਦਾ ਹੈ ਸਭ। ਚਲੋ ਕੱਲ ਛੁੱਟੀ ਆ, ਪਰਸੋਂ ਕੀ ਕਰਦੇ ਨੇ ਉਹ ਤਾਂ ਉਹਨਾਂ ਦਾ ਇੱਕ ਆਪਣੀ ਗੱਲ ਹੈ। ਸੁਖਬੀਰ ਸਿੰਘ ਬਾਦਲ ਗਏ ਸੀਗੇ, ਬੇਸਿਕਲੀ ਪਹਿਲਾਂ ਇੱਕੋ ਹੀ ਮੁੱਦਾ ਸੀ ਇਨ ਰਾਈਟਿੰਗ, ਤਾਂ ਉਹ ਸੀ ਅਖਬਾਰ ਦਾ ਮਾਮਲਾ, ਖਾਸ ਤੌਰ ਦੇ ਉੱਤੇ ਜਲੰਧਰ ਦੇ ਜਿਹੜਾ ਅਖਬਾਰ ਦੇ ਐਡੀਟਰ ਦੀ ਚਿੱਠੀ ਦਾ ਮਾਮਲਾ, ਕਿ ਐਡਵਰਟਾਈਜ਼ਮੈਂਟ ਦੀ ਗੱਲ ਆਪਣੀ ਜਗ੍ਹਾ ਤੇ ਐਡਵਰਟਾਈਜ਼ਮੈਂਟ ਦੇ ਨਾਲ ਦੀ ਨਾਲ ਜਿਹੜੇ ਤੁਸੀਂ ਇਸ ਪੱਧਰ ਤੇ ਧਮਕਾ ਰਹੇ ਹੋ ਐਡੀਟਰ ਨੂੰ ਕਿਸੇ ਵੀ ਮਾਮਲੇ ਦੇ ਵਿੱਚ, ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ। ਡੈਮੋਕ੍ਰੇਸੀ ਦਾ ਲੱਗਦਾ ਸੁਖਬੀਰ ਨੇ ਆ ਕੇ ਇਹ ਕਿਹਾ ਕਿ ਜੇ ਚੌਥਾ ਥੰਮ ਡਿੱਗ ਪਿਆ ਜਿਹੜਾ ਮੀਡੀਆ ਜਿਹਦੇ ਤੇ ਜੇ ਇੰਨਾ ਕਾਬਜ ਹੋ ਗਈ ਸਰਕਾਰ ਤਾਂ ਡੈਮੋਕ੍ਰੇਸੀ ਨਹੀਂ ਬਚਣੀ। ਇਹਦੇ ਤੇ ਸਾਰਿਆਂ ਨੂੰ ਮਿਲ ਬੈਠ ਕੇ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਹਾਲਾਂਕਿ ਲੋਕ ਲਿਖਦੇ ਵੀ ਨੇ ਤੇ ਲੋਕ ਪੁਆਇੰਟ ਆਊਟ ਵੀ ਕਰਦੇ ਨੇ ਕਿ ਮੀਡੀਆ ਟਰਾਈ ਹਰ ਪਾਰਟੀ ਦੀ ਸੱਤਾ 'ਚ ਹੋਇਆ, ਕਿਸੇ ਤੇ ਘੱਟ ਹੋਇਆ, ਵੱਧ ਹੋਇਆ, ਹੌਲੀ ਹੌਲੀ ਹਰ ਵਾਰ ਨਵਾਂ ਜ਼ਿਆਦਾ ਵੱਧਦਾ ਜਾ ਰਿਹਾ ਉਸ ਪੱਧਰ ਤੇ, ਚਾਹੇ ਉਹ ਨੈਸ਼ਨਲ ਹੋਵੇ ਚਾਹੇ ਉਹ ਸਟੇਟ ਲੈਵਲ ਦੀਆਂ ਗੱਲਾਂ ਹੋਣ। ਔਰ ਮੀਡੀਆ ਦਾ ਮੁੱਦਾ ਉਸ ਪੱਧਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਉਠਾਇਆ। ਬਾਕੀ ਦੂਜੇ ਸਵਾਲ ਸੀ ਉਹਨਾਂ ਤੋਂ ਬਾਹਰ ਸਵਾਲ ਪੁੱਛੇ, ਉਹ ਕਹਿੰਦੇ ਵੀ ਤੁਸੀਂ ਭਗਵੰਤ ਮਾਨ ਦੀ ਗੱਲ ਸ਼ਬਦਾਵਲੀ, ਮੈਨੂੰ ਲੱਗਦਾ ਉੱਥੇ ਸੁਖਬੀਰ ਬਾਦਲ ਉਹਨਾਂ ਦੀ ਵੀ ਬਹੁਤੀ ਚੰਗੀ ਸ਼ਬਦਾਵਲੀ ਨਹੀਂ ਸੀ ਜੇ ਵਰਤੀਏ ਵੀ ਹੁਣ ਭਗਵੰਤ ਮਾਨ ਨਹੀਂ ਹੈ, ਬੇਈਮਾਨ ਮਾਨ ਹੈ, ਫਲਾਨਾ। ਮਤਲਬ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਸਾਡੇ ਸਾਰੇ ਲੀਡਰਸ਼ਿਪ ਦਾ ਲੈਵਲ ਜਿਹੜਾ ਸ਼ਬਦਾਵਲੀ ਦੇ ਵਿੱਚ ਮੈਨੂੰ ਲੱਗਦਾ ਉਹ ਜਿਹਾ ਹੁੰਦਾ ਜਾ ਰਿਹਾ ਜਿਵੇਂ ਖਿੱਚ ਜਾਂਦਾ ਬੰਦਾ ਇੱਕ ਦੂਜੇ ਦੇ ਮਾਮਲੇ ਵਿੱਚ, ਖਿਜਿਆ ਬੰਦਾ ਬੋਲਦਾ। ਤੁਸੀਂ ਸਿਆਸੀ ਬੰਦਾ ਨਹੀਂ ਬੋਲ ਰਿਹਾ, ਮਤਲਬ ਖਿਜਿਆ ਬੰਦਾ ਬੋਲਦਾ ਜਿਹਦੀ ਨਿੱਜੀ ਦੁਸ਼ਮਣੀ, ਨਿੱਜੀ ਲੜਾਈ ਹੁੰਦੀ ਹੈ। ਇਹ ਚਾਰ ਸਪੇਰੇ ਦਿਖਾਈ ਦਿੱਤਾ। ਇਹ ਥੋੜਾ ਜਿਹਾ ਗੁਰੇਜ ਪਹਿਲਾਂ ਵੀ, ਕੱਲ ਵੀ ਆਪਾਂ ਇਹ ਤੇ ਗੱਲ ਕੀਤੀ, ਪਰ ਅੱਜ ਸੁਖਬੀਰ ਬਾਦਲ ਦੇ ਵੀ ਇਹ ਜਿਹੜੀ ਸ਼ਬਦਾਵਲੀ ਹੈ ਮੈਨੂੰ ਲੱਗਦਾ ਅਕਾਲੀ ਦਲ ਦੇ ਲੀਡਰ ਦੇ ਤੌਰ ਤੇ ਸੁਖਪਾਲ ਖਹਿਰਾ ਨੇ ਵੀ ਆ ਕੇ ਇਸੇ ਤਰ੍ਹਾਂ ਹੀ ਵੀ ਇਹ ਕਮੇਡੀਅਨ ਹੈ ਮੈਨੂੰ ਕਹਿ ਕੇ ਆਇਆ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਜੇ ਲੋਕਾਂ ਤੇ ਛੱਡ ਦਿਓ, ਤੁਸੀਂ ਆਪਣੀ ਗੱਲ ਮੁੱਦੇ ਤੇ ਕਰਦੇ ਹੋ, ਸਲੀਕੇ ਨਾਲ ਕਰਦੇ ਹੋ, ਸਹਿਜ ਨਾਲ ਕਰਦੇ ਹੋ, ਤੇ ਜੇ ਅਗਲਾ ਬੰਦਾ ਤੁਹਾਡੇ ਗੱਲ ਪੈਂਦਾ, ਮਾੜੀ ਸ਼ਬਦਾਵਲੀ ਵਰਤਦਾ, ਤਾਂ ਲੋਕ ਨਜ਼ਰ 'ਚ ਹੁੰਦਾ ਹੀ ਹੈ। ਮੇਰਾ ਖਿਆਲ ਹੈ ਕਿ ਜਿੰਨੀ ਆਲੋਚਨਾ ਮਾੜੀ ਸ਼ਬਦਾਵਲੀ ਵਾਲੇ ਨੂੰ ਸਹਿਣੀ ਪੈਂਦੀ ਆ, ਉਹਦਾ ਇਮੇਜ ਅਕਸ ਖੁਰਦਾ ਹੈ। ਜੇਕਰ ਉਹਦਾ ਜਵਾਬ ਨਾ ਦਿੱਤਾ ਜਾਵੇ ਤੇ ਮੇਰਾ ਖਿਆਲ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਤਾਂ ਮੈਨੂੰ ਲੱਗਦਾ ਕਿ ਜੇ ਖਹਿਰਾ ਨੂੰ ਵੀ ਭਗਵੰਤ ਮਾਨ ਨੇ ਕੁਝ ਵਿਅੰਗ ਕੀਤਾ ਜਾਂ ਉਹਨਾਂ ਨੂੰ ਟਾਂਚ ਕੀਤਾ ਹੈ, ਤਾਂ ਫਿਰ ਜੇ ਉਹ ਖੁੱਲਾ ਛੱਡ ਦਿੰਦੇ ਇਸ ਮਾਮਲੇ ਨੂੰ ਕਿ ਅਗਲਾ ਤੇ ਏਡਾ ਅਹਿਮ ਮੁੱਦਾ ਲਿਆ ਰਿਹਾ, ਹੁਣ ਉਸ ਅਹਿਮ ਮੁੱਦੇ ਤੇ ਆਈਏ। ਮੈਨੂੰ ਜ਼ਰੂਰ ਇਹ ਦੱਸੋ, ਇਹ ਪ੍ਰਾਈਵੇਟ ਬਿੱਲ ਜਿਹੜਾ ਖਹਿਰਾ ਸਦਨ ਤੋਂ ਬਾਹਰ ਆ ਕੇ ਦਿਖਾ ਰਹੇ ਆ, ਪੱਤਰਕਾਰਾਂ ਨੂੰ ਕਹਿ ਰਹੇ ਆ, ਔਰ ਇਹ ਮੁੱਦਾ ਬਹੁਤ ਸੀਰੀਅਸ ਆ। ਪੰਜਾਬ ਚੋਂ ਉਹ ਆਪਣੇ ਇੱਕ ਪਿੰਡ ਭੁਲੱਥ ਹਲਕੇ ਦੇ ਇੱਕ ਪਿੰਡ ਪਧਾਸ ਦਾ ਜ਼ਿਕਰ ਕਰ ਰਹੇ। ਉਹ ਕਹਿੰਦੇ 1800 ਦੇ ਕਰੀਬ ਵੋਟ ਹੈ ਔਰ 800 ਤੋਂ ਜ਼ਿਆਦਾ ਲੋਕ ਪ੍ਰਵਾਸ ਕਰ ਗਏ ਆ, ਚਲੇ ਗਏ ਆ ਛੱਡ ਕੇ, ਔਰ ਇਹ ਅੰਕੜਾ 47% ਬਣਦਾ ਹੈ। ਤੇ ਜੇ 47% ਇੱਕ ਪਿੰਡ ਦਾ ਹਾਲਾਤ ਨੇ, ਤੇ ਤੁਸੀਂ ਸਾਰੇ ਪੰਜਾਬ ਦੇ ਵਿੱਚੋਂ 30% ਵੀ ਮੰਨ ਲਓ ਕਿ ਲੋਕ ਪ੍ਰਵਾਸ ਕਰ ਰਹੇ ਆ। ਔਰ ਇਹ ਵੀ ਜ਼ਿਕਰ ਕਰਦੇ ਆ ਵੀ ਜੇ 2 ਲੱਖ ਬੱਚਾ ਹਰ ਸਾਲ ਕੈਨੇਡਾ ਜਾ ਰਿਹਾ ਤੇ ਇੱਕ ਬੱਚਾ 25 ਲੱਖ ਲੈ ਕੇ ਜਾ ਰਿਹਾ, ਹਾਲਾਤ ਕੀ ਨੇ? ਤਾਂ ਇੱਥੇ ਆਉਣ ਵਾਲੇ ਜਿਹੜੇ ਆ ਉਹ ਬੇਰੋਕ ਟੋਕ ਵਾਸਤੇ ਜਾ ਰਹੇ ਆ। 3 ਕਰੋੜ ਦੇ ਵਿੱਚੋਂ 50 ਲੱਖ ਉਹ ਲੋਕ ਨੇ ਜਿਹੜੇ ਬਾਹਰੋਂ ਆ ਕੇ ਵਸ ਗਏ ਆ, ਕੋਈ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਿਹਾ। ਜਿਸ ਤਰ੍ਹਾਂ ਹਿਮਾਚਲ ਨੇ ਆਪਣੇ ਆਪ ਨੂੰ ਬੰਦਸ਼ ਲਾ ਲਈ ਆ, ਇਹਨਾਂ ਲੋਕਾਂ ਨੂੰ ਕੁਛ ਨਾ ਕੁਛ ਰਾਈਡਰ ਦੇ ਦਿੱਤੇ ਆ, ਪੰਜਾਬ 'ਚ ਹੋਣ। ਇਹਦੇ ਉੱਤੇ ਤੁਸੀਂ ਆਪਣੀ ਟਿੱਪਣੀ ਦਿਓ, ਕਿਉਂਕਿ ਮਾਮਲਾ ਇੰਨਾ ਸੈਂਸਿਟਿਵ ਆ। ਹਰੇਕ ਖਿੱਤੇ ਦੀ ਪਛਾਣ ਉੱਥੋਂ ਦੇ ਮੂਲ ਵਸਨੀਕ ਹੁੰਦੇ ਆ, ਤੇ ਉੱਥੋਂ ਦੇ ਮੂਲ ਵਸਨੀਕਾਂ ਦਾ ਇੱਕ ਘਰ ਹੁੰਦਾ, ਇੱਕ ਖਿੱਤਾ ਹੁੰਦਾ। ਇਹ ਦੋਹਰੀ ਜੀ ਗੱਲ ਆ, ਇਹ ਮਰਨ ਵਾਲੀ ਗੱਲ ਆ। ਕਿਸੇ ਕਲਚਰ ਦਾ, ਉੱਥੋਂ ਦੇ ਰਹਿਣ ਸਹਿਣ ਦਾ ਇਹ ਹੌਲੀ ਹੌਲੀ ਖੁਦਕੁਸ਼ੀ ਕਰ ਜਾਣਾ, ਸਲੋ ਪੋਇਜ਼ਨ ਵਾਲੀ ਜਿਹੜੀ ਗੱਲ ਆ, ਇਹ ਹੌਲੀ ਹੌਲੀ ਮਰਨ ਵਰਗੀ ਗੱਲ ਆ, ਜਿਹੜੀ ਸ਼ਿਵ ਕੁਮਾਰ ਬਟਾਲਵੀ ਮੱਧ ਵਰਗ ਲਈ ਕਦੇ ਕਰਦੇ ਹੁੰਦੇ ਸੀ। ਅਸਲ ਦੇ ਵਿੱਚ ਜਿਹੜੇ ਮੁੱਦਾ ਪੂਰੇ ਮਤਲਬ ਦੁਨੀਆ ਦੇ ਵਿੱਚ ਹੀ ਨਾ, ਜਿਹੜੇ ਪਛਾਣ ਦੇ ਮੁੱਦੇ ਨੇ, ਇਹ ਸੈਟਲਡ ਨਹੀਂ ਹੋਏ ਹਜੇ ਤੱਕ ਠੀਕ ਤਰੀਕੇ ਦੇ ਨਾਲ। ਆਇਡੈਂਟੀਟੀ ਦੇ ਮੁੱਦੇ, ਆਇਡੈਂਟੀਟੀ ਪ੍ਰਤੀ ਇਨਸਿਕਿਉਰ ਹੋਣ ਦੇ ਮੁੱਦੇ, ਹਜੇ ਦੁਨੀਆ ਇੰਨੀ ਇਨਸਾਫ ਪਸੰਦ ਨਹੀਂ ਬਣੀ ਕਿ ਜੋ ਵੀ ਮਰਜ਼ੀ ਜਿੱਥੇ ਰਹੋ ਕਿ ਉਹਦੇ ਪ੍ਰਤੀ ਰੂਲ ਰੈਗੂਲੇਸ਼ਨ ਜਾਂ ਨਾ ਸਿਰਜੇ ਜਾਣ, ਦੂਜੇ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ। ਜਿੱਥੇ ਕਿਤੇ ਡਰ ਹੈ ਉਹਦਾ ਡਰ ਦੂਰ ਨਾ ਕੀਤਾ ਜਾਂਦਾ ਹੋਵੇ। ਅਜੇ ਅਸੀਂ ਉਹ ਕਹਿ ਦਿੰਦੇ ਵੀ ਅਸੀਂ ਰਾਸ਼ਟਰੀ, ਅਸੀਂ ਭਾਰਤ ਦੇ ਨਾਗਰਿਕ ਹਾਂ, ਤਾਂ ਦੁਨੀਆ ਦੇ ਵੀ ਫਿਰ ਨਾਗਰਿਕ ਹਾਂ। ਤੇ ਨਾਗਰਿਕ ਹੋਣ ਨਾਲ ਕੱਲਾ ਐ ਨਹੀਂ ਫਰਕ ਪੈਂਦਾ, ਉਹਦੇ ਚ ਵਿਲੱਖਣਤਾਵਾਂ ਨੇ ਵੱਖ-ਵੱਖ ਕੁਦਰਤੀ ਤੌਰ ਦੇ ਉੱਤੇ। ਉਹਨਾਂ ਵਿਲੱਖਣਤਾਵਾਂ ਨੂੰ, ਉਹਦੇ ਨਿਆਰੇਪਣ ਨੂੰ ਕਿਸ ਤਰੀਕੇ ਨਾਲ ਮਤਲਬ ਸੁਹਿਰਦਤਾ ਦੇ ਨਾਲ
ਛੇੜਛਾੜ ਉਹਦੇ ਨਾਲ ਨਹੀਂ ਕੀਤੀ ਜਾਊਗੀ, ਕਦੇ ਵੀ ਪਾਵਰ ਸਟਰਕਚਰ 'ਚ ਉਹਦੀ ਪਾਵਰ ਨਿਗੂਣੀ ਨਹੀਂ ਕਰ ਦਿੱਤੀ ਜਾਊਗੀ, ਜਾਂ ਬਾਕੀ ਦੇ ਫੈਸਲਾ ਲੈਣ ਦੀ ਪ੍ਰਕਿਰਿਆ 'ਚ ਉਹਦੀ ਹਿੱਸੇਦਾਰੀ ਘਟਾ ਦਿੱਤੀ ਜਾਊਗੀ। ਇਹ ਸਾਰੀਆਂ ਦੀਆਂ ਗਰੰਟੀਆਂ ਹੁੰਦੀਆਂ ਨੇ, ਸੰਵਿਧਾਨਕ ਗਰੰਟੀਆਂ ਐਕਚੁਅਲੀ ਤਾਂ ਗੱਲ ਹੁੰਦੀ ਹੈ। ਇਹ ਦੇਸ਼ ਦੇ ਸੰਵਿਧਾਨ ਤੋਂ ਲੈ ਕੇ ਲਗਾਤਾਰ ਚਰਚਾ ਚੱਲੀ ਹੈ, ਹੁਣ ਤੱਕ ਦਾ ਮੁੱਦਾ ਹੈ। ਜੇ ਅਨੰਦਪੁਰ ਸਾਹਿਬ ਦਾ ਮਤਾ ਹੋਇਆ, ਜੇ ਖਾਲਿਸਤਾਨ ਦਾ ਮਤਾ ਹੋਇਆ, ਸਿੱਖ ਹੋਮਲੈਂਡ ਦਾ ਮਤਾ ਹੋਇਆ, ਰਾਜਾਂ ਨੂੰ ਵੱਧ ਅਧਿਕਾਰ ਦੇ ਮੁੱਦੇ ਹੋਏ, ਉਹ ਸਾਰੇ ਉਸੇ ਪ੍ਰਿਜ਼ਮ ਚੋਂ ਦੇਖ ਕੇ ਆਉਂਦੇ ਨੇ। ਬੇਸਿਕ ਗੱਲ ਪਾਵਰ ਸਟਰਕਚਰ ਦੀ ਹੈ ਕਿ ਕਿਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਸੀ, ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦੀ ਜਦੋਜਹਿਦ ਹੋਈ, ਉਹ ਸਾਰੀ ਇੱਕ ਪਛਾਣ ਨੂੰ ਮਤਲਬ ਇਕੱਠਾ ਬੰਨ ਕੇ ਰੱਖ ਕੇ ਤੇ ਉਹਨੂੰ ਪ੍ਰੋਟੈਕਟ ਕਰਕੇ, ਉਹਨੂੰ ਸੁਰੱਖਿਅਤ ਕਰਕੇ ਰੱਖਣ ਦਾ ਹੀ ਇੱਕ ਮਾਮਲਾ ਸੀ। ਹੁਣ ਦਰਅਸਲ ਕੀ ਹੋਇਆ ਹੈ, ਅਸੀਂ ਬੁਨਿਆਦੀ ਗੱਲ ਤਾਂ ਜਿਹੜੀ ਵੱਡੀ ਲੜਾਈ ਹੈ, ਫੈਡਰਲ ਸਟਰਕਚਰ ਦੀ ਲੜਾਈ ਹੈ, ਜਿਹਦੇ 'ਚ ਇਹ ਸਾਰੀਆਂ ਸਮੱਸਿਆਵਾਂ ਦਾ, ਇਨਸਿਕਿਉਰਿਟੀਜ਼ ਦਾ ਡਰ ਮਤਲਬ ਨਿਕਲ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਜਦੋਂ ਤੋਂ ਗਵਰਨਮੈਂਟ ਆਫ ਇੰਡੀਆ ਨੇ ਜੰਮੂ ਕਸ਼ਮੀਰ ਤੋੜਤਾ, 370 ਵੀ ਤੋੜਤੀ ਤੇ ਉਹਨੂੰ ਇੱਥੇ ਲਾਤਾ ਖੂੰਜੇ, ਡਿਊਟੀ 'ਚ ਬਦਲ ਦਿੱਤਾ ਗਿਆ, ਤਾਂ ਇਹ ਡਰ ਹੋਰ ਜ਼ਿਆਦਾ ਪੈਦਾ ਹੋਣੇ ਸੁਭਾਵਿਕ ਨੇ ਕਿਸੇ ਵੀ ਉਹ ਸਾਰੇ ਮਾਮਲੇ। ਤਾਂ ਅਸੀਂ ਫਿਰ ਇੱਕ ਇੱਕ ਕਰਕੇ ਚੀਜ਼ ਲਿਆਉਂਦੇ ਹਾਂ, ਕੋਈ ਪਹਿਲੀ ਨਹੀਂ ਲਿਆਂਦੀ। ਹਾਲਾਂਕਿ ਹਿਮਾਚਲ ਦਾ, ਰਾਜਸਥਾਨ ਦਾ ਜਾਂ ਬਾਕੀ ਸੂਬਿਆਂ ਦਾ ਆਇਡੈਂਟੀਟੀ ਪ੍ਰੋਬਲਮ ਉਸ ਲੈਵਲ ਦੀ ਨਹੀਂ ਹੈ ਜਿਹੜੀ ਪ੍ਰੋਬਲਮ ਜੰਮੂ ਕਸ਼ਮੀਰ ਤੇ ਮਿਜ਼ੋਰਮ ਦੇ ਵਿੱਚ ਤੇ ਪੰਜਾਬ ਦੇ ਵਿੱਚ ਸੀ। ਇੱਥੇ ਧਾਰਮਿਕ ਘੱਟ ਗਿਣਤੀਆਂ ਮੈਜੋਰਟੀ ਸੀ, ਜਿਨ੍ਹਾਂ ਨੇ ਇਸ ਕਰਕੇ ਸੂਬੇ ਸਿਰਜੇ ਕਿ ਸਾਡੀ ਸੱਤਾ 'ਚ ਘੱਟੋ ਘੱਟ ਇੱਕ ਜਗ੍ਹਾ ਹਿੱਸੇਦਾਰੀ ਰਹੂਗੀ। ਉੱਥੇ ਕਲਚਰ ਦੇ ਤੌਰ ਤੇ ਮਤਲਬ ਹਿੰਦੂ ਰੀਤੀ ਰਿਵਾਜਾਂ ਦੇ ਤੌਰ ਤੇ, ਪਛਾਣ ਦੇ ਤੌਰ ਤੇ ਫਰਕ ਨਹੀਂ ਹੈ, ਪਰ ਫਿਰ ਵੀ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਸਿਰਜੀ ਵੀ ਨਹੀਂ, ਪਹਾੜੀ ਏਰੀਏ ਦੇ ਵਿੱਚ ਜੇ ਪੈਸੇ ਵਾਲੇ ਬੰਦੇ ਆ ਜਾਣਗੇ, ਸਾਡਾ ਕਲਾਈਮੇਟ ਦਾ ਅਸਰ ਪੈ ਜਾਏਗਾ, ਸਾਡੇ ਛੋਟੇ ਬਾਗ ਹੀ ਨਹੀਂ ਬਚਣੇ, ਸਾਡੇ ਲੋਕ ਓਨਰਸ਼ਿਪ 'ਚੋਂ, ਮੁਲਾਜ਼ਮੀਅਤ 'ਚੋਂ ਮਾਰੇ ਜਾਣਗੇ। ਉਧਰ ਰੇਗਿਸਤਾਨ ਦਾ ਇੱਕ ਵੱਡਾ ਸੈਟਅਪ ਹੈ ਕਿ ਸਾਡੇ ਕੋਲ ਉਹਨੇ ਪੈਸੇ, ਉਸ ਲੈਵਲ ਦੀ ਸਾਡੀ ਪਾਪੂਲੇਸ਼ਨ ਨਹੀਂ ਹੈ, ਸਾਡੇ ਤੋਂ ਨਹੀਂ। ਉੱਤਰਾਖੰਡ ਦੇ ਵਿੱਚ 3.5 ਏਕੜ ਦਾ ਲੈਂਡ ਹੋਲਡਿੰਗ ਦਾ ਸਾਈਜ਼ ਹੈ, ਔਰ ਪਹਾੜੀ ਖੇਤਰ ਸਾਰੇ ਕਿਤੇ 17.5 ਏਕੜ ਦਾ, ਹਾਲਾਂਕਿ ਉਦੋਂ ਵੀ ਵੱਧ, ਜਿੰਨੇ ਮਰਜ਼ੀ ਖਰੀਦ ਲਓ, ਕੰਪਨੀ ਬਣਾ ਕੇ, ਟਰਸਟ ਬਣਾ ਕੇ, ਕੋਈ ਗੱਲ ਨਹੀਂ ਹੈ। ਜੇ ਸਾਰੇ ਕਿਤੇ ਇਦੋਂ ਪਹਿਲਾਂ ਆਲਰੇਡੀ ਸਾਡੇ ਕਾਨੂੰਨ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਤਾਂ ਨਵੇਂ ਕਾਨੂੰਨ ਪ੍ਰੋਟੈਕਸ਼ਨ ਦੇ ਤੌਰ ਤੇ ਬਣਨਾ ਕੋਈ ਮਾੜੀ ਗੱਲ ਨਹੀਂ। ਇਹ ਕੋਈ ਦੇਸ਼ ਵਿਰੋਧੀ ਕਾਰਨਾਮੇ ਨਹੀਂ ਹੋਗੇ, ਜਾਂ ਇਹ ਕੋਈ ਕਿਸੇ, ਬਲਕਿ ਮੈਨੂੰ ਲੱਗਦਾ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ। ਇਸੇ ਤਰੀਕੇ ਨਾਲ ਫਿਰ ਉੱਥੇ ਕੀ ਕਰਦੇ ਹੋ ਤੁਸੀਂ, ਉੱਥੇ ਵਰਕ ਪਰਮਿਟ ਇਸ਼ੂ ਕਰਦੇ ਹੋ। ਜੇ ਪੰਜਾਬ ਦੇ ਵਿੱਚ ਲੋਕ ਆਉਂਦੇ ਨੇ, ਤੁਸੀਂ 2 ਦਿਨ ਦੀ ਆਪਾਂ ਖਬਰਾਂ ਦੇਖਦੇ ਹਾਂ, ਖਬਰਾਂ ਕੀ ਨੇ ਕਿ ਇੱਕ ਵੀਡੀਓ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਉਹ ਵੀਡੀਓ ਸਹੀ ਨਹੀਂ ਹੈ, ਰਿਊਮਰ ਹੈ। ਤਾਮਿਲਨਾਡੂ 'ਚ ਗਏ ਹੋਏ ਕੰਮ ਕਰਨ ਵਾਲੇ ਬਿਹਾਰੀ ਬੰਦੇ ਕਿਵੇਂ ਹਜ਼ਾਰਾਂ ਦੀ ਤਾਦਾਦ 'ਚ ਭਗਦੜ ਮਚ ਜਾਂਦੀ ਆ ਵਾਪਸ ਜਾਣ ਦੀ, ਕਿ ਉੱਥੇ ਤਾਂ ਸ਼ਾਇਦ ਟਕਰਾਅ ਹੋ ਗਿਆ ਜੀ। ਜਿਹੜੇ ਥੋੜੇ ਜਿਹੇ ਡਿਵੈਲਪਡ ਸੂਬੇ ਨੇ, ਸੁਭਾਵਿਕ ਹੈ ਕਿ ਉੱਥੇ ਘੱਟ ਵਿਕਸਿਤ ਸੂਬੇ ਜਿੱਥੇ ਰੁਜ਼ਗਾਰ ਉਹਨਾਂ ਵੀ ਨਹੀਂ ਹੈ, ਉਧਰ ਨੂੰ ਲੋਕ ਜਾਣਗੇ ਕੰਮ ਕਰਨ ਲਈ, ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਪਰ ਉਹ ਪਰਮਾਨੈਂਟ ਬਸਿੰਦਾ ਕਿਵੇਂ ਬਣਨਾ ਹੈ, ਉਹਦੇ ਤੇ ਕੋਈ ਪ੍ਰੋਸੀਜਰ ਤਾਂ ਹੋਣਾ ਚਾਹੀਦਾ ਨਾ। ਐ ਨਹੀਂ ਕੱਲ ਆਇਆ ਪਰਸੋਂ ਨੂੰ ਵੋਟਰ ਹੈ ਤੇ ਉੱਥੇ ਵੋਟ ਪਾਉਣ ਵੀ ਲੱਗ ਜੇ। ਕੋਈ 2 ਸਾਲ, 4 ਸਾਲ, 5 ਸਾਲ, 7 ਸਾਲ, 10 ਸਾਲ ਕੋਈ ਸਿਸਟਮ ਬਣੇ। ਉਹ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਖਹਿਰਾ ਲਿਆ ਰਿਹਾ, ਉਹ ਇਸ ਸਿਸਟਮ ਦੀ ਉਹ ਗੱਲ ਕਰ ਰਿਹਾ, ਉਹ ਐ ਨਹੀਂ ਕਰ ਰਿਹਾ ਪੱਕੀ ਰੋਕ ਲੱਗੇ ਜਾਂ ਕੁਝ ਵੀ, ਇੱਕ ਪ੍ਰੋਸੀਜਰ ਅਡਾਪਟ ਹੋਵੇ, ਫਿਰ ਉਹ ਅਪਲਾਈ ਕਰਕੇ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਦਾ ਰਾਈਟ ਹੋਵੇ ਕਿ ਉਹਨੂੰ ਜਿਵੇਂ ਵੀ ਅਸੀਂ ਅਲਾਉ ਕਰਨਾ ਪਰਮਾਨੈਂਟਲੀ ਜਾਂ ਨਹੀਂ ਕਰਨਾ। ਮੈਨੂੰ ਲੱਗਦਾ ਇਹਦੇ 'ਚ ਕੁਝ ਗਲਤ ਨਹੀਂ ਹੈ। ਪਰ ਸਵਾਲ ਇਹ ਵੀ ਹੈ, ਭਗਵੰਤ ਮਾਨ ਵੀ ਇਹੀ ਕਹਿੰਦੇ ਰਹੇ ਇਦੋਂ ਪਹਿਲਾਂ, ਜੇ ਦੇਖਿਆ ਜਾਏ ਭਗਵੰਤ ਮਾਨ ਵੋਟਾਂ ਦੇ ਦੌਰਾਨ ਕਹਿੰਦੇ ਰਹੇ ਤੇ ਉਦੋਂ ਬਾਅਦ ਵੀ ਜਿਹੜੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ 'ਚ ਨੇ ਨਾ, ਉਹਨਾਂ ਨੂੰ ਵੀ ਇੱਥੇ ਲਿਆਉਣਾ ਸੀ, ਉਹ ਵੀ ਇੱਥੇ ਭੱਜੇ ਆਉਣਗੇ, ਇੱਥੇ ਅਸੀਂ ਮਾਹੌਲ ਹੀ ਇਹੋ ਜਿਹਾ ਪੈਦਾ ਕਰ ਦੇਣਾ। ਉਹ ਜਿਹਾ ਮਾਹੌਲ ਕੁਝ ਕਾਨੂੰਨਾਂ ਨਾਲ, ਕੁਝ ਲਾਅ ਨਾਲ, ਕੁਝ ਇੰਪਲੀਮੈਂਟੇਸ਼ਨ ਨਾਲ, ਕੁਝ ਮਾਹੌਲ ਉਮੀਦ ਸਿਰਜਣ ਨਾਲ ਤਾਂ ਪੈਦਾ ਹੋਏਗਾ। ਜੇ ਤੁਸੀਂ ਕਾਨੂੰਨ ਵੱਲ ਤਵੱਜੋ ਨਾ ਦਿੱਤੀ, ਉਸ ਉਮੀਦ ਵੱਲ ਤਵੱਜੋ ਨਾ ਦਿੱਤੀ, ਕਿਵੇਂ ਆ ਜਾਣਗੇ ਉਹ, ਕਿਉਂ ਆ ਜਾਣਗੇ ਇਹੋ ਜਿਹੇ ਮਾਹੌਲ ਦੇ ਵਿੱਚ। ਤੇ ਜਿਹੜੇ ਬਾਕੀ ਜਾ ਕੇ ਜਿੱਥੇ ਮਰਜੀ ਜੋ ਮਰਜੀ ਕਰ ਦੋ, ਉੱਥੇ ਕਿਹੜਾ ਆਊਗਾ ਜੀ ਉਸ ਤਰੀਕੇ ਦੇ ਨਾਲ ਮੈਂ ਆ ਗਿਆ ਜੀ, ਮੈਂ ਤਾਂ ਬਹੁਤ, ਹੁਣ ਤੁਸੀਂ ਖੂਬਸੂਰਤ ਬਣਾਤਾ ਇਸ ਸੂਬੇ ਨੂੰ। ਔਰ ਇਹ ਤੇ ਘੱਟੋ ਘੱਟ ਉਹਨਾਂ ਨੇ ਕਿਹਾ ਮੈਂ ਸਪੀਕਰ ਨੂੰ ਦਿੱਤਾ ਹੋਇਆ ਬਿੱਲ, ਅਜੇ ਵੀ ਮੈਨੂੰ ਪਤਾ ਜੇ ਦਿਨ ਹੈਗੇ, ਜੇ ਸਪੀਕਰ ਸਾਹਿਬ ਚਾਹਣ ਤਾਂ ਇਹ ਬਿੱਲ ਨੂੰ ਕੰਸੀਡਰ ਕਰ ਸਕਦੇ ਨੇ ਹਜੇ ਵੀ। ਐਡੀ ਗੱਲ ਨਹੀਂ ਹੈ ਕਿ ਉਹ ਟਾਈਮ ਗੁਜ਼ਰ ਗਿਆ, ਉਹ ਅਲੱਗ ਗੱਲ ਹੈ। ਪਰ ਕਹਿ ਰਹੇ ਸੀ ਕਿ ਮੈਂ ਗਵਰਨਰ ਐਡਰੈਸ ਤੇ ਇਹਦੇ ਤੇ ਗੱਲ ਕਰਨਾ ਚਾਹੁੰਦਾ ਸੀ, ਮੈਨੂੰ ਟਾਈਮ ਦੇ ਦਿੰਦੇ। ਪਰ ਮੈਨੂੰ ਲੱਗਦਾ ਅਜੇ ਵੀ ਸਾਰੇ ਲੋਕਾਂ ਨੂੰ, ਜਿਹੜੇ ਈਵਨ ਆਮ ਆਦਮੀ ਪਾਰਟੀ ਦੇ ਬੰਦੇ ਵੀ ਨੇ ਤੇ ਬਾਕੀ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਲਾ ਲਓ ਬਿੱਲ ਤੇ ਚਰਚਾ ਕਰਾ ਲਓ, ਬਹਿਸ ਕਰਾ ਲਓ। ਨਹੀਂ ਸਹਿਮਤੀ ਉਹਨੂੰ ਕਿਸੇ ਸਟੈਂਡਿੰਗ ਕਮੇਟੀ ਕੋਲ ਭੇਜ ਦਿਓ, ਨਹੀਂ ਸਹਿਮਤੀ ਉਹਨੂੰ ਰੱਖ ਲਿਓ ਹਜੇ ਰਿਜ਼ਰਵ, ਅਗਲੇ ਵਾਰ ਕਰ ਲਿਓ। ਚਰਚਾ ਕਰਨੀ ਤਾਂ ਕੋਈ ਮਾੜੀ ਨਹੀਂ। ਔਰ ਜਿਹੜੇ ਜਸਵੰਤ ਕਮਲ ਵਰਗੇ ਜਿਹੜੇ ਬੰਦੇ ਤੜਪ ਰਹੇ ਸੀ, ਜਿਹੜੇ ਬੰਦੇ ਬਾਕੀ ਗੱਲਾਂ ਕਰ ਰਹੇ ਨੇ,
ਉਹ ਧੁਰ ਅੰਦਰ ਦੀਆਂ ਕਰਦੇ ਨੇ। ਇੱਕ ਗੱਲ ਕਲੀਅਰ ਹੈ, ਜੇ ਪੰਜਾਬ ਆਪਣੀ ਸ਼ੇਪ 'ਚ ਆਪਣੇ ਤਰੀਕੇ ਨਾਲ ਨਾ ਰਿਹਾ, ਜਿਵੇਂ ਕਹਿੰਦੇ ਨੇ ਕੱਟਾ ਕਿੱਲੇ ਦੇ ਜ਼ੋਰ ਤਾਂਗੜਦਾ, ਤਾਂ ਵਿਦੇਸ਼ ਦੇ ਵਿੱਚ ਵੀ ਉਹ ਮਾਨ ਸਨਮਾਨ ਕਿਸੇ ਨੂੰ ਨਹੀਂ ਮਿਲੂਗਾ, ਕਿਉਂਕਿ ਤੁਹਾਡੇ ਕੋਲ ਇੱਕ ਸੁਰੱਖਿਅਤ ਜ਼ੋਨ ਹੁੰਦਾ, ਜਦੋਂ ਅਲਟਰਨੇਟਿਵ ਘਰ ਹੁੰਦਾ ਨਾ ਤੁਹਾਡੇ ਕੋਲ ਕੋਈ, ਤਾਂ ਤੁਹਾਡੀ ਇੱਜ਼ਤ ਬਣੀ ਰਹਿੰਦੀ ਹੈ। ਜੇ ਅਲਟਰਨੇਟਿਵ ਸਿਸਟਮ ਖਤਮ ਹੋ ਜੇ ਤੁਹਾਡੇ ਕੋਲ, ਕਿ ਤੁਸੀਂ ਕਿੱਥੇ ਜਾਓਗੇ, ਹੋਰ ਜਾਓ ਭੱਜ ਲਓ, ਕਿੱਧਰ ਭੱਜੋਗੇ ਤੁਸੀਂ। ਇਸੇ ਕਰਕੇ ਲੋਕ ਕਹਿੰਦੇ ਨੇ ਇਜ਼ਰਾਈਲੀਆਂ ਤੋਂ ਸਿੱਖੋ, ਜਦੋਂ ਉਹਨਾਂ ਕੋਲ ਦੇਸ਼ ਨਹੀਂ ਸੀ, ਦੁਨੀਆ ਦੇ ਨੋਬਲ ਪ੍ਰਾਈਜ਼ ਤੇ, ਦੁਨੀਆ ਦੇ ਮੀਡੀਆ ਤੇ, ਦੁਨੀਆ ਦੀ ਫਾਈਨਾਂਸ ਕੈਪੀਟਲ ਤੇ ਸਭ ਤੋਂ ਜ਼ਿਆਦਾ ਵੱਡੇ ਰੂਪ ਚ ਕਾਬਜ ਕਮਿਊਨਿਟੀ ਹੈ ਉਹ। ਇਹਦੇ ਬਾਵਜੂਦ ਜਿੰਨਾ ਚਿਰ ਇਜ਼ਰਾਈਲ ਉਹਨਾਂ ਕੋਲ ਨਹੀਂ ਸੀ, ਉਹਨਾਂ ਦੀ ਸੱਦ-ਪੁੱਛ ਦਾ ਲੈਵਲ ਉਹ ਨਹੀਂ ਸੀ ਜਿਹੜਾ ਲੈਵਲ ਮਤਲਬ ਅੱਜ ਤੁਹਾਡੇ ਕੋਲ ਦਿਖਾਈ ਦਿੰਦਾ। ਇਸ ਕਰਕੇ ਇਹ ਵਾਕਈ ਸੀਰੀਅਸ ਮੁੱਦਾ ਹੈ, ਇਹ ਐਗਜ਼ਿਸਟੈਂਸ ਔਰ ਹੋਂਦ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹਨੂੰ ਦੇਖਣਾ ਚਾਹੀਦਾ, ਇਹ 'ਚ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਜੇ ਟਾਈਮ ਆਏਗਾ ਔਰ ਟਾਈਮ ਰਹਿੰਦੇ ਚਰਚਾ ਹੋ ਜੇ ਤਾਂ ਚੰਗੀ ਗੱਲ। ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦਾ ਇਹਨਾਂ ਦਾ ਸ਼ਰੀਕਾ ਹੈ ਤੇ ਨਿੱਜੀ ਲੜਾਈ ਹੈ, ਸੁਖਪਾਲ ਸਿੰਘ ਖਹਿਰੇ ਦੇ ਖਾਤੇ 'ਚੋਂ ਐਡਾ ਅਹਿਮ ਬਿੱਲ ਪਾਉਣ ਨਹੀਂ ਲੱਗੇ। ਹੋ ਸਕਦਾ ਇੱਕ ਅੱਧ ਸੈਸ਼ਨ ਤੋਂ ਬਾਅਦ ਕੋਈ ਆਪਣੇ ਬੰਦੇ ਕੋ ਪੇਸ਼ ਕਰਾ ਲੈਣ, ਜਾਂ ਸਰਕਾਰ ਕੋਈ ਡਰਾਫਟ ਬਣਾ ਲੇ ਪ੍ਰਵਾਸ ਨੀਤੀ ਦੇ ਉੱਤੇ। ਖਹਿਰੇ ਦੀ ਝੋਲੀ 'ਚ ਨਹੀਂ ਪਾਉਣ ਲੱਗੇ ਐਡਾ ਵੱਡਾ ਮਾਣ ਸਨਮਾਨ। ਮੈਨੂੰ ਸਾਡੇ ਸਿਆਸਤਦਾਨਾਂ ਦੀ ਇਹੋ ਹੀ ਸੰਕੀਰਨਤਾ ਲੱਗਦੀ ਹੈ ਬਈ ਐਡੇ ਵੱਡੇ ਮਾਮਲਿਆਂ ਨੂੰ ਇੰਨੇ ਕੁ ਨੱਕ ਦਾ ਸਵਾਲ ਬਣਾ ਕੇ ਬਹਿ ਜਾਂਦੇ। ਨਾ ਇਹੀ ਕਰ ਲੈਣ, ਕੋਈ ਗੱਲ ਨਹੀਂ, ਅੱਗੇ ਵੀ ਗਵਰਨਮੈਂਟ ਐਵੇਂ ਹੀ ਕਰਦੀਆਂ ਨੇ। ਮੇਰੇ ਯਾਦ ਹੈ ਜਦੋਂ ਆ ਪੰਜਾਬੀ ਬੋਲੀ ਵਾਲਾ ਆਇਆ ਸੀ ਅਮੈਂਡਮੈਂਟ ਐਕਟ ਦੇ ਰੂਪ ਦੇ ਵਿੱਚ, ਇਹ ਮੋਫਰ ਉਹਨਾਂ ਨੇ ਪੇਸ਼ ਕੀਤਾ ਸੀ, ਅਜੀਤ ਸਿੰਘ ਮੋਫਰ ਨੇ, ਤੇ ਬੀਬੀ ਉਪਿੰਦਰਜੀਤ ਕੌਰ ਸੀ ਹਾਇਰ ਐਜੂਕੇਸ਼ਨ ਮਿਨਿਸਟਰ। ਉਹ ਕਹਿੰਦੇ ਵੀ ਮੋਫਰ ਸਾਹਿਬ ਦਾ ਧੰਨਵਾਦ ਕਰਦੇ ਆ, ਪਰ ਸਰਕਾਰ ਇਹਨੂੰ ਓਨ ਕਰ ਲੈਂਦੀ ਹੈ, ਐਸੀ ਸਰਕਾਰ ਵੱਲੋਂ ਪੇਸ਼ ਕਰ ਦਿੰਦੇ ਆ ਇਹੀ, ਇਹਦੇ ਨਾਲ ਕੋਈ ਚੀਜ਼ਾਂ ਲਾ ਕੇ। ਉਹ ਸਰਕਾਰ ਵੱਲੋਂ ਪੇਸ਼ ਹੋ ਗਿਆ ਤੇ ਪਾਸ ਹੋ ਗਿਆ। ਇਹ ਵੀ ਇੰਨਾ ਕੁ ਧੰਨਵਾਦ ਕਰਦੇ ਨੇ ਵੀ ਖਹਿਰਾ ਸਾਹਿਬ ਨੇ ਧਿਆਨ ਦਿਵਾਇਆ, ਧੰਨਵਾਦ। ਅਸੀਂ ਆਪਣਾ ਬਿੱਲ ਕੁਝ ਹੋਰ ਉਹਦੇ ਚ ਨੀਚੇ ਚੀਜ਼ਾਂ ਜੋ ਸਾਨੂੰ ਲੱਗਦੀਆਂ ਨੇ ਜੋੜਨੀ ਘਟਾਉਣੀ ਹੈ, ਉਹ ਲਿਆ ਕੇ ਪੇਸ਼ ਕਰ ਦਿੰਦੇ ਆ। ਪੇਸ਼ ਕਰ ਲੈਣ, ਦੋਨਾਂ ਨੂੰ ਕ੍ਰੈਡਿਟ ਲੈ ਲੈਣ, ਆਪ ਵੀ ਲੈ ਲੈਣ ਤੇ ਉਹਨੂੰ ਵੀ ਦੇ ਦੇਣ, ਇਹ ਵੀ ਕੋਈ ਬੜੀ ਗੱਲ ਨਹੀਂ। ਤੁਹਾਡੇ ਜਿੱਡਾ ਵੱਡਾ ਦਿਲ ਨਹੀਂ ਨਾ ਹੈਗਾ ਉਹਨਾਂ ਦਾ। ਮੈਨੂੰ ਲੱਗਦਾ ਹੈ ਵੀ ਉਹ ਇੰਨਾ ਕੁ ਕ੍ਰੈਡਿਟ ਵੀ ਹਿਸਟਰੀ 'ਚ ਇਹ ਗੱਲ ਖਹਿਰਾ ਲਿਆਏ ਸੀ, ਸਰਕਾਰ ਨੂੰ ਓਨ ਕਰਨੀ ਪਈ ਮਜਬੂਰੀ 'ਚ। ਸਿਆਸਤਦਾਨ ਨੇ ਸਿਆਸਤ ਤੋਂ ਗਾਂਹ ਵੱਧਦੇ ਨਹੀਂ। ਬਹੁਤ ਮਿਹਰਬਾਨੀ। ਸ਼ੁਕਰੀਆ ਜੀ।